ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਕੈਂਪ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ। 188ਵਾਂ ਦਿਨ ਹੈ ਅੱਜ ਕੈਂਪ ਦਾ। ਰੋਜ਼ਾਨਾ ਦੀ ਤਰ੍ਹਾਂ ਕੈਂਪ ਦੀ ਸ਼ੁਰੂਆਤ ਆਪਾਂ ਜਾਪ ਸੇਵਾ ਨਾਲ ਕਰਦੇ ਹਾਂ। ਅੱਜ ਦੀ ਜਾਪ ਸੇਵਾ ਬੇਟੀ ਜਸਪ੍ਰੀਤ ਕੌਰ ਨਵਾਂ ਸ਼ਹਿਰ ਤੋਂ ਜੀ। ਬੇਟੇ हैंड रेज करो अपना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਰ शुरू करो बेटा। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਜਪ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੇ ਕਿਹੜੀ ਕਲਾਸ ਚ ਪੜ੍ਹਦੇ ਹੋ? 7th। ਡੇਲੀ ਕੈਂਪ ਲਗਾਉਂਦੇ ਹੋ ਤੁਸੀਂ? ਹਾਂਜੀ, ਰੋਜ਼ ਕੈਂਪ ਲਗਾਉਂਦੇ ਹੋ? ਹਾਂਜੀ ਹਾਂਜੀ, ਡੇਲੀ ਕੈਂਪ ਦੇ ਵਿੱਚ ਦੱਸਿਆ ਜਾਂਦਾ ਬੱਚੇ ਜਾਪ ਸੇਵਾ ਕਰਦੇ ਨੇ। ਅਜੂਨੀ ਸੈਭੰ ਆਪਾਂ ਅਲੱਗ-ਅਲੱਗ ਪੜ੍ਹਨਾ ਤੇ ਚਲੋ ਬਹੁਤ ਵਧੀਆ ਤੁਸੀਂ ਸੇਵਾ ਨਿਭਾਈ। ਅੱਗੇ ਤੋਂ ਧਿਆਨ ਰੱਖਣਾ ਆਪਾਂ ਨੇ। ਹੁਣ ਕੀਰਤਨ ਦੀ ਸੇਵਾ ਬੇਟੀ ਕਿਰਨਦੀਪ ਕੌਰ ਅੰਮ੍ਰਿਤਸਰ ਤੋਂ 11441। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਹਾਂਜੀ ਸ਼ੁਰੂ ਕਰੋ ਬੇਟਾ। उठत बैठत सोवत जागत प्राण तन काल मार मार गोपाल मार मार गोपाल
दर्शन प्यास बहुत मन मेरा, दर्शन प्यास बहुत मन मेरा, नानक दर्शन निहाल, पूरे गोपाल गोपाल पूरे गोपाल मेरे गुने तुम पूरन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪੁੱਤਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਹੀ ਪਿਆਰ ਨਾਲ ਤੁਸੀਂ ਸ਼ਬਦ ਹੈ ਜਿਹੜਾ ਗਾਇਨ ਕੀਤਾ। ਤੇ ਅੱਜ ਦਾ ਸੈਸ਼ਨ ਆਪਾਂ ਸ਼ੁਰੂ ਕਰਨ ਲੱਗੇ ਹਾਂ। ਹੁਣ ਅੱਜ ਦਾ ਸੈਸ਼ਨ ਲੈਣਗੇ ਵੀਰ ਜੀ ਸੋਹਣ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਵਿਦਿਆਰਥੀ ਦੇ ਜੀਵਨ ਵਿੱਚ ਚੰਗੇ ਗੁਣ। ਵਾਹਿਗੁਰੂ ਜੀ। ਭੈਣ ਜੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਵਾਜ਼ ਸਾਫ਼ ਆ ਰਹੀ ਹੈ ਕਿ ਹੈੱਡਫੋਨ ਲਾਈਏ ਜੀ? ਨਹੀਂ ਵੀਰ ਜੀ, ਠੀਕ ਹੈ ਜੀ, ਕਲੀਅਰ ਹੈ। ਪਰਮ ਸਤਿਕਾਰਯੋਗ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਸਮੁੱਚਾ ਪਰਿਵਾਰ ਤੇ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਪਿਆਰ, ਭਾਵਨਾ, ਸਰਦਾ ਦਾ ਦਈਏ ਸਬੂਤ। ਦੋਵੇਂ ਹੱਥ ਜੋੜ ਗੱਜ ਕੇ ਬੁਲਾਈਏ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਸਵਾ ਕੁ 6 ਮਹੀਨੇ ਹੋ ਗਏ ਆਪਾਂ ਨੂੰ ਜ਼ੂਮ ਕਲਾਸ ਦੇ ਉੱਤੇ। ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਐਜੂਕੇਟ ਪੰਜਾਬ ਪ੍ਰੋਜੈਕਟ ਦੇ ਉਦਮ ਸਦਕਾ ਆਪਾਂ ਇਹਨਾਂ 6 ਮਹੀਨਿਆਂ ਦੇ ਵਿੱਚ ਗੁਰੂ ਮਹਾਰਾਜ ਨਾਲ ਸੰਗਤ ਕੀਤੀ ਹੈ। ਨਾਲੇ ਆਪਾਂ ਸਾਰਾ ਪਰਿਵਾਰ ਰਲ ਕੇ ਬੈਠੇ ਹਾਂ, ਵਿਚਾਰਾਂ ਕੀਤੀਆਂ ਨੇ, ਇਤਿਹਾਸ ਬਾਰੇ ਜਾਣਕਾਰੀ, ਗੁਰਮਤ ਬਾਰੇ ਜਾਣਕਾਰੀ, ਚੰਗੀਆਂ ਗੱਲਾਂ, ਚੰਗੇ ਗੁਣਾਂ ਦੀ ਸਾਂਝ ਆਪਾਂ ਪਾਈ ਹੈ। ਸੋ ਪਿਆਰੇ ਬੱਚਿਓ, ਤਕਰੀਬਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਰੋਜ਼ਾਨਾ ਕੈਂਪ ਦੇ ਵਿੱਚ ਹਾਜ਼ਰੀ ਭਰਦੇ ਹਾਂ। ਸੋ ਜਿਸ ਤਰ੍ਹਾਂ ਅੱਜ ਸਭ ਤੋਂ ਪਹਿਲਾਂ ਬੱਚਿਆਂ ਨੇ ਜਾਪ ਸੇਵਾ ਲਈ ਹੈ, ਉਸ ਤੋਂ ਬਾਅਦ ਵਿੱਚ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ। ਸੋ ਜਦੋਂ ਹਾਜ਼ਰੀ ਕੀਰਤਨ ਦੀ ਬੱਚੇ ਭਰ ਰਹੇ ਸੀ, ਮਨ ਬੜਾ ਖੁਸ਼ ਹੋਇਆ ਕਿ ਦੇਖੋ ਕਿਸੇ ਬਹਾਨੇ ਦੇ ਨਾਲ ਪ੍ਰਮਾਤਮਾ ਜੀ ਨੇ ਪਰਿਵਾਰ ਨੂੰ ਰੰਗ ਚੜਿਆ। ਸੋ ਜਿੱਥੇ ਬੱਚੇ ਕੀਰਤਨ ਕਰ ਰਹੇ ਸਨ, ਬੱਚੇ ਗੁਰਬਾਣੀ ਗਾ ਰਹੇ ਸਨ, ਨਾਲ ਉਹਨਾਂ ਦਾ ਪਰਿਵਾਰ, ਉਹਨਾਂ ਦੇ ਮਾਤਾ ਪਿਤਾ ਵੀ ਗੁਰਬਾਣੀ, ਗੁਰੂ ਦੀ ਉਸਤਤੀ, ਗੁਰੂ ਦਾ ਕੀਰਤਨ ਕਰ ਰਹੇ ਸੀ। ਸੋ ਇਹ ਜਿਹੜਾ ਸਮਾਂ ਹੈਗਾ, ਆਪਾਂ ਤਕਰੀਬਨ 350 ਜਾਂ 400 ਪਰਿਵਾਰ ਆਪਾਂ ਜੁੜੇ ਬੈਠੇ ਹਾਂ। ਇਹ ਹਰ ਇੱਕ ਦੇ ਹਿੱਸੇ ਆਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ। ਗੁਰੂ ਦੀ ਕਿਰਪਾ, ਆਪਾਂ ਤਾਂ ਇਹ ਕਹਿੰਦੇ ਹਾਂ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਸਤਸੰਗ ਆਪਾਂ ਕਰ ਹੀ ਨਹੀਂ ਸਕਦੇ। ਸੋ ਪਿਆਰੇ ਬੱਚਿਓ, ਅੱਜ ਦਾ ਆਪਣਾ ਜਿਹੜਾ ਸੈਸ਼ਨ ਹੈਗਾ ਵਿਦਿਆਰਥੀ ਜੀਵਨ, ਕਿਉਂਕਿ ਵਿਦਿਆਰਥੀ ਇਕੱਲਾ ਜਿਹੜਾ ਸਕੂਲ ਦੇ ਵਿੱਚ ਪੜ੍ਹਦਾ ਉਹ ਵਿਦਿਆਰਥੀ ਨਹੀਂ ਹੁੰਦਾ।
ਆਪਾਂ ਜਿੰਨੀ ਵੀ ਟੀਮ ਬੈਠੇ ਆ ਨਾ, ਸਾਰੇ ਵਿਦਿਆਰਥੀ ਆ ਆਪਾਂ ਰੋਜ਼ਾਨਾ ਕੁਝ ਨਾ ਕੁਝ ਸਿੱਖਦੇ ਆ। ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਦੀਵਾਰਾਂ ਦੇ ਉੱਪਰ ਵੱਖਰੇ ਵੱਖਰੇ ਵਾਕ ਲਿਖੇ ਹੁੰਦੇ ਨੇ, ਉਹਨਾਂ ਵਿੱਚੋਂ ਇੱਕ ਵਾਕ ਆਉਂਦਾ ਹੈ, ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਸੋ ਪਹਿਲਾਂ ਮਨ ਦੇ ਵਿੱਚ ਇਹ ਖਿਆਲ ਆਉਂਦਾ ਸੀਗਾ ਜਦੋਂ ਛੋਟੇ ਹੁੰਦੇ ਸੀਗੇ ਵੀ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਪਰ ਜਦੋਂ ਹੌਲੀ ਹੌਲੀ ਪ੍ਰੈਕਟੀਕਲੀ ਜੀਵਨ ਦੇ ਵਿੱਚ ਪਤਾ ਲੱਗਿਆ, ਵਿਦਵਾਨਾਂ ਦੇ ਵਿਚਾਰ ਸੁਣੇ, ਉਸ ਤੋਂ ਬਾਅਦ ਪਤਾ ਲੱਗਿਆ ਅਸਲੀ ਸੇਵਾ ਕੀ ਹੈ। ਸੋ ਵਿਦਿਆਰਥੀ ਜੀਵਨ ਦੇ ਵਿੱਚ ਚੰਗੇ ਗੁਣ, ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਸਾਰੇ ਬੱਚਿਆਂ ਨੇ ਤਕਰੀਬਨ ਕਾਪੀਆਂ ਲਾਈਆਂ ਹੋਈਆਂ ਨੇ, ਉਹ ਚੰਗੀਆਂ ਚੰਗੀਆਂ ਗੱਲਾਂ ਜੋ ਵਿਦਵਾਨ ਪੁਰਸ਼ ਜਾਂ ਬੁਲਾਰੇ ਜੋ ਵੀ ਦੱਸ ਕੇ ਜਾਂਦੇ ਆ, ਉਹ ਬੱਚੇ ਸਾਰੇ ਨੋਟ ਕਰਦੇ ਨੇ। ਇੱਕ ਬਹੁਤ ਵਧੀਆ ਗੁਣ ਹੈ, ਕਿਉਂਕਿ ਜਦੋਂ ਵੀ ਤੁਸੀਂ ਇਹ ਕਿਤਾਬ ਜੋ ਤੁਹਾਡੇ ਕੋਲ ਲਿਖਤ ਹੈ, ਕਾਪੀ ਹੈ, ਜਾਂ ਤੁਹਾਡੀ ਜਿਹਨੂੰ ਗਿਆਨ ਗੋਲਕ ਦਾ ਨਾਮ ਦਿੱਤਾ, ਉਹ ਜਦੋਂ ਵੀ ਤੁਸੀਂ ਚੱਕੋਗੇ ਤਾਂ ਤੁਹਾਨੂੰ ਇੱਕ ਅਭੁੱਲ ਯਾਦ ਬਣ ਜਾਏਗੀ। ਕੋਈ ਵੀ ਤੁਸੀਂ ਕੈਂਪ ਆ ਜਿਹਦੇ ਕੋਈ ਗੱਲ ਤੁਹਾਨੂੰ ਨਈ ਚੀਜ਼ ਦਾ ਪਤਾ ਲੱਗਦਾ, ਤੁਸੀਂ ਇੱਕਦਮ ਉਹ ਪੜ੍ਹ ਕੇ ਉਹ ਪਤਾ ਕਰ ਸਕਦੇ ਹੋ ਵੀ ਕੀ ਆਪਾਂ ਸਿੱਖਿਆ ਸੀ ਤੇ ਉਹਦੇ ਤੱਕ ਕੀ ਆ। ਸੋ ਬੱਚਿਓ, ਸਭ ਤੋਂ ਪਹਿਲਾਂ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਗੁਣ ਲੈ ਕੇ ਆਉਣੇ ਆ ਤਾਂ ਗੁਰਬਾਣੀ ਹੈ। ਕੋਈ ਸਿੱਖ ਦਾ ਜੀਵਨ ਗੁਰਬਾਣੀ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੁੰਦਾ ਤੇ ਗੁਰਬਾਣੀ ਦੇ ਨਾਲ ਹੀ ਖਤਮ ਹੋਣਾ ਚਾਹੀਦਾ। ਜਿਹੜੇ ਵੀ ਬੱਚੇ, ਜਿਹੜੇ ਵਿਦਿਆਰਥੀ, ਜਿਹੜਾ ਸਿਖਿਆਰਥੀ ਗੁਰਬਾਣੀ ਦੇ ਨਾਲ ਜੁੜ ਗਿਆ, ਜਿਸ ਵੀ ਵਿਦਿਆਰਥੀ ਦਾ ਜੀਵਨ ਸੁਭਾ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਤੇ ਜਿਸ ਦੀ ਜਿਹੜੀ ਸ਼ਾਮ, ਜਿਸ ਦੀ ਰਾਤ ਸਮਾਪਤ ਹੋਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੀ ਬਾਣੀ ਦੇ ਨਾਲ ਜਿਹੜਾ ਵਿਦਿਆਰਥੀ, ਜਿਹੜਾ ਸਿਖਿਆਰਥੀ ਜੁੜ ਗਿਆ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਦੇ ਤੇ ਗੁਰੂ ਦੀ ਕਿਰਪਾ ਹੋ ਗਈ। ਜਾਣੀ ਵਿਦਿਆਰਥੀ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਗੁਰਬਾਣੀ ਤੇ ਨਿਤਨੇਮ ਜ਼ਰੂਰੀ ਹੈ ਜੀ। ਉਸ ਤੋਂ ਅੱਗੇ, ਕਿਉਂਕਿ ਬਾਣੀ ਪੜ੍ਹਨ ਦੇ ਨਾਲ, ਨਿਤਨੇਮ ਦੇ ਨਾਲ ਵਿੱਚ ਜੁੜਨ ਦੇ ਨਾਲ ਆਪਣੇ ਅੰਦਰ ਸਹਿਨਸ਼ੀਲਤਾ, ਨਿਮਰਤਾ, ਭਰੋਸਾ, ਦਇਆ, ਧਰਮ, ਇਹ ਸਾਰੀਆਂ ਚੀਜ਼ਾਂ ਗੁਰਬਾਣੀ ਪੜ੍ਹਨ ਤੇ ਵਿਚਾਰਨ ਦੇ ਨਾਲ ਹੀ ਆਪਣੇ ਅੰਦਰ ਆਉਣੀਆਂ ਨੇ। ਸੋ ਪਿਆਰੇ ਬੱਚਿਓ, ਮੈਨੂੰ ਆਸ ਆ ਕਿ ਸਾਰੇ ਬੱਚੇ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਹਾਂ। ਵਿਦਿਆਰਥੀ ਜੀਵਨ ਦੇ ਵਿੱਚ ਚੰਗੇ ਗੁਣ ਲਿਆਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਟਾਈਮ ਟੇਬਲ ਫਿਕਸ ਕਰਨਾ ਪਊਗਾ। ਤੁਸੀਂ ਸਾਰੇ ਬੱਚੇ ਨੋਟ ਕਰੋ ਕਿ ਹਰ ਇੱਕ ਬੱਚੇ ਨੇ ਟਾਈਮ ਟੇਬਲ ਬਣਾਉਣਾ। ਜਿਸ ਤਰ੍ਹਾਂ ਤੁਹਾਡੇ ਸਕੂਲ ਦੇ ਪੀਰੀਅਡ ਹੁੰਦੇ ਨੇ ਕਿ ਸਭ ਤੋਂ ਪਹਿਲਾਂ 9:25 ਤੋਂ ਲੈ ਕੇ 9:55 ਤੱਕ ਅੰਗਰੇਜ਼ੀ ਦਾ ਪੀਰੀਅਡ ਆ। ਫਿਰ ਇਸ ਤਰ੍ਹਾਂ ਗਾਂਹ ਅੱਗੇ ਅੱਗੇ ਚੱਲੀ ਜਾਂਦੇ ਆ, ਜਿੰਨੇ ਵੀ ਪੀਰੀਅਡ ਹੁੰਦੇ ਆ, ਅੱਧੇ ਘੰਟੇ, 35 ਜਾਂ 40 ਮਿੰਟ ਦਾ ਪੀਰੀਅਡ। ਸੋ ਇਸੇ ਤਰ੍ਹਾਂ ਤੁਸੀਂ ਟਾਈਮ ਟੇਬਲ ਫਿਕਸ ਕਰਨਾ ਗਾ। ਉਸ ਦੇ ਵਿੱਚ ਤੁਸੀਂ ਸੁਬਾਹ ਅੰਮ੍ਰਿਤ ਵੇਲੇ ਉੱਠਣ ਤੋਂ ਲੈ ਕੇ ਕਿੰਨੇ ਵਜੇ ਤੁਸੀਂ ਸਵੇਰੇ ਉੱਠੇ, ਉਸ ਤੋਂ ਅੱਗੇ ਕਿੰਨੇ ਵਜੇ ਤੁਸੀਂ ਇਸ਼ਨਾਨ ਕੀਤਾ, ਕਿੰਨੇ ਵਜੇ ਤੁਸੀਂ ਗੁਰਮੰਤਰ ਨਾਲ ਜੁੜੇ, ਗੁਰਬਾਣੀ ਪਾਠ ਕੀਤਾ, ਨਿਤਨੇਮ ਕੀਤਾ, ਕਿੰਨੇ ਵਜੇ ਤਿਆਰ ਹੋਏ
ਤਿਆਰ ਹੋ ਕੇ ਕਿੰਨੇ ਵਜੇ ਤੁਸੀਂ ਗੁਰੂ ਘਰ ਗਏ? ਉਸ ਤੋਂ ਅੱਗੇ ਸਕੂਲ ਦਾ ਸਮਾਂ। ਤਾਂ ਪਿਆਰੇ ਬੱਚਿਓ, ਜਿਹੜੇ ਬੱਚਿਆਂ ਨੇ ਕਾਮਯਾਬ ਹੋਣਾ ਨਾ, ਉਹ ਤੁਸੀਂ ਡਾਇਰੀ ਲਿਖਣੀ ਸ਼ੁਰੂ ਕਰੋ ਆਪਣੇ ਜੀਵਨ ਦੇ ਵਿੱਚ। ਡਾਇਰੀ ਸਕੂਲ ਦੇ ਵਿੱਚ ਤੁਸੀਂ ਕਿੰਨਾ ਸਮਾਂ ਰਹੇ, ਕਿਹੜੇ ਟੀਚਰ ਨੇ ਤੁਹਾਨੂੰ ਕੀ ਪੜ੍ਹਾਇਆ ਸ਼ਾਮ ਤੱਕ, ਤੇ ਸਕੂਲੋਂ ਘਰੇ ਆ ਕੇ ਤੁਸੀਂ ਕਿਹੜੀ ਐਕਟੀਵਿਟੀ ਕੀਤੀ। ਸ਼ਾਮ ਨੂੰ ਸੋਲਾ ਸਾਹਿਬ ਦੀ ਬਾਣੀ ਤੱਕ ਦਾ ਸਫ਼ਰ ਜੇ ਤੁਸੀਂ ਲਿਖਣਾ ਸ਼ੁਰੂ ਕਰਦੇ ਹੋ, ਸਿਰਫ 1 ਮਹੀਨਾ ਪ੍ਰੈਕਟੀਕਲ ਕਰਕੇ ਦੇਖਿਓ। 1 ਮਹੀਨਾ ਜੇ ਤੁਸੀਂ ਲਿਖਿਆ ਨਾ, ਉਸ ਤੋਂ ਬਾਅਦ ਲਿਖ ਕੇ ਛੱਡਣਾ ਨਹੀਂ ਪਿਆਰੇ ਬੱਚਿਓ। ਉਹ ਸਾਰੀ ਵੀਡੀਓ ਜੋ ਵੀ ਤੁਸੀਂ ਐਕਟੀਵਿਟੀ ਕੀਤੀ ਹੈ ਨਾ ਸਾਰੇ ਦਿਨ ਦੀ, ਸ਼ਾਮ ਨੂੰ ਸੌਣ ਤੋਂ ਪਹਿਲਾਂ ਅੱਖਾਂ ਬੰਦ ਕਰ ਲਿਓ। ਅੱਖਾਂ ਬੰਦ ਕਰਕੇ ਜਿੰਨੀ ਵੀ ਐਕਟੀਵਿਟੀ ਸਾਰੇ ਦਿਨ ਦੀ ਤੁਹਾਡੇ ਨਾਲ ਬਤੀਤ ਹੋਈ ਹੈ ਨਾ, ਉਹ ਵੀਡੀਓ ਦੀ ਤਰ੍ਹਾਂ ਤੁਹਾਡੇ ਅੱਖਾਂ ਦੇ ਸਾਹਮਣੇ ਆ ਜਾਊਗੀ। ਅੱਖਾਂ ਬੰਦ ਕਰਕੇ ਸੋਚ ਵਿਚਾਰ ਕਰਿਓ ਕਿ ਅੱਜ ਮੈਂ ਸਵੇਰੇ ਉੱਠਣ ਲੱਗਾ ਲੇਟ ਤਾਂ ਨਹੀਂ ਹੋਇਆ, ਮੇਰਾ ਇਸ਼ਨਾਨ ਲੇਟ ਤਾਂ ਨਹੀਂ ਹੋਇਆ। ਜੇ ਲੇਟ ਹੋਇਆ ਤਾਂ ਕਾਰਨ ਕੀ ਸੀਗਾ? ਨਿਤਨੇਮ ਪੂਰਾ 5 ਬਾਣੀਆਂ ਦਾ ਕੀਤਾ, ਜਾਂ ਕੋਈ ਬਾਣੀ ਘੱਟ ਕੀਤੀ ਆ ਤਾਂ ਕਿਉਂ ਘੱਟ ਕੀਤੀ ਆ। ਇਸੇ ਤਰ੍ਹਾਂ ਪੜ੍ਹਾਈ। ਤੇ ਸ਼ਾਮ ਨੂੰ ਬੇਟਾ ਜੀ ਜਦੋਂ, ਤੇ ਇੱਕ ਗੱਲ ਹੋਰ ਨੋਟ ਕਰਿਓ ਕਿ ਸਾਰੀ ਦਿਹਾੜੀ ਦੇ ਵਿੱਚ ਤੁਸੀਂ ਕਿਸੇ ਇੱਕ ਬੱਚੇ ਦੀ ਹੈਲਪ ਕੀਤੀ ਆ, ਜਾਂ ਪੜ੍ਹਾਈ ਦੇ ਵਿੱਚ, ਜਾਂ ਕਿਸੇ ਬਜ਼ੁਰਗ ਨੂੰ ਰਸਤਾ ਪਾਰ ਕਰਾਇਆ, ਜਾਂ ਤੁਸੀਂ ਆਪਣੇ ਮਾਤਾ ਪਿਤਾ ਦੀ ਕਿਸੇ ਕੰਮ ਵਿੱਚ ਹੈਲਪ ਕੀਤੀ, ਜਾਂ ਕੋਈ ਇੱਕ ਬੁਰਾਈ ਛੱਡੀ, ਜਾਂ ਤੁਹਾਡੇ ਵਿੱਚ ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਡੇ ਦਿਲ ਨੂੰ ਝੰਜੋੜ ਕੇ ਜਾਂਦੀ ਹੈ, ਜਿਹੜੇ ਤੁਹਾਡੀ ਘਟਨਾ ਵਾਪਰੀ ਕੋਈ, ਉਹ ਤੁਸੀਂ ਜੇ ਤੁਸੀਂ ਸਾਰਾ ਨਿਚੋੜ ਸ਼ਾਮ ਨੂੰ ਤੁਸੀਂ ਅੱਖਾਂ ਮੀਚ ਕੇ ਸੋਚੋਗੇ ਨਾ, ਤਾਂ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਹੋਊਗੀ। ਜਾਣੇ ਅਣਜਾਣੇ ਦੇ ਵਿੱਚ ਕਿਸੇ ਬੱਚੇ ਨੂੰ ਤੁਸੀਂ ਗਲਤ ਤਾਂ ਨਹੀਂ ਬੋਲਿਆ? ਜੇ ਬੋਲਿਆ ਤਾਂ ਤੁਸੀਂ ਉਹ ਤੋਂ ਸੌਰੀ ਵੀ ਮੰਗਣੀ ਆ। ਇਹ ਵਿਦਿਆਰਥੀ ਜੀਵਨ ਦੇ ਵਿੱਚ ਚੰਗੇ ਗੁਣਾਂ ਦੀ ਝਲਕ ਆ। ਸਾਰੇ ਬੱਚਿਆਂ ਨੇ ਇਹ ਗੱਲਾਂ ਨੋਟ ਕਰਨੀਆਂ। ਮਾਤਾ ਪਿਤਾ ਜੀ ਦਾ ਸਤਿਕਾਰ, ਟੀਚਰ ਦਾ ਸਤਿਕਾਰ। ਜਿਹੜੇ ਬੱਚੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਆ, ਆਪਣੇ ਟੀਚਰ ਦਾ ਸਤਿਕਾਰ ਕਰਦੇ ਆ, ਆਪਣੇ ਗੁਰੂ ਦਾ ਸਤਿਕਾਰ ਕਰਦੇ ਆ, ਉਹਦੇ ਵਿੱਚ ਸਾਰੇ ਗੁਣ ਆਉਣੇ ਸ਼ੁਰੂ ਹੋ ਜਾਣਗੇ। ਕਿਉਂਕਿ ਇਸ ਤੋਂ ਅੱਗੇ ਆਪਾਂ ਚੱਲੀਏ, ਤੁਹਾਡੇ ਵਿੱਚ ਸੇਵਾ ਦਾ ਗੁਣ ਹੋਣਾ ਚਾਹੀਦਾ ਜੀ ਸਾਰੇ ਬੱਚਿਆਂ 'ਚ। ਕਿਉਂਕਿ ਵਿਦਿਆਰਥੀ, ਆਪਾਂ ਗੱਲ ਚੱਲੀ ਆ, ਮੈਂ ਵੀ ਵਿਦਿਆਰਥੀ ਆ, ਸਾਰੇ ਜਿੰਨੇ ਆਪਾਂ ਸੁਣ ਰਹੇ ਆ ਸਾਰੇ ਵਿਦਿਆਰਥੀ ਆ। ਆਪਾਂ ਰੋਜ਼ਾਨਾ ਆਪਾਂ ਸਿੱਖਦੇ ਹੀ ਆ। ਸਿੱਖ ਨਾਮ ਹੀ ਸਿੱਖਣ ਦਾ ਹੈ। ਸਿੱਖ ਨਾਮ ਹੀ ਸਿੱਖਣ ਦਾ ਹੈ। ਜੇ ਕਿਸੇ ਵੀ ਵਿਦਿਆਰਥੀ ਦੇ ਵਿੱਚ ਕੋਈ ਵੱਖਰਾ ਗੁਣ ਹੈ ਦੂਜੇ ਬੱਚਿਆਂ ਨਾਲੋਂ, ਕਿਸੇ ਨੂੰ ਮੈਥ ਜ਼ਿਆਦਾ ਆਉਂਦਾ, ਕਿਸੇ ਨੂੰ ਸਾਇੰਸ ਜ਼ਿਆਦਾ ਆਉਂਦੀ ਹੈ, ਕੀ ਕਦੇ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਈ ਦੇ ਵਿੱਚ ਹੈਲਪ ਕੀਤੀ ਹੈ? ਤੁਹਾਡੇ ਮਨ ਦੇ ਵਿੱਚ ਉਹ ਤੁਹਾਡੀ ਵਿਦਿਆ ਦਾ ਹੰਕਾਰ ਤਾਂ ਨਹੀਂ ਆ ਗਿਆ? ਇਹ ਵੀ ਸੋਚੋ। ਸੋ ਇਹ ਗੱਲਾਂ ਸਾਰੀਆਂ ਆਪਾਂ ਆਪਣੇ ਜੀਵਨ ਦੇ ਵਿੱਚ ਸੋਚਣੀਆਂ ਨੇ, ਵਿਚਾਰਨੀਆਂ ਨੇ। ਬਾਕੀ ਨਿਤਨੇਮ ਤੇ ਸਹਿਜ ਪਾਠ ਬੇਟਾ ਜੀ, ਇਹ ਪਿਆਰ ਦੀ ਖੇਡ ਆ। ਤੁਸੀਂ ਕਦੇ ਸੋਚਿਓ ਕਿ ਤੁਹਾਡਾ ਜਨਮ ਪੰਜਾਬ ਦੀ ਧਰਤੀ, ਗੁਰੂਆਂ ਦੀ ਧਰਤੀ ਤੇ ਹੋਇਆ, ਤੇ ਗੁਰਸਿੱਖਾਂ ਦੇ ਘਰੇ ਜਨਮ ਹੋਇਆ, ਜਾਂ ਉਹਨਾਂ ਬਾਣੀ ਦੇ ਨਾਲ ਪਿਆਰ ਕਰਨ ਵਾਲਿਆਂ ਦੇ ਘਰੇ ਤੁਸੀਂ ਜਨਮ ਲਿਆ। ਜਿਨ ਪ੍ਰੇਮ ਕੀਆ ਤਿਨਹੀ ਪ੍ਰਭ ਪਾਇਓ। ਜੇ ਤੁਸੀਂ ਨਿਤਨੇਮ ਕੀਤਾ ਨਾ, ਤੇ ਨਿਤਨੇਮ ਨੂੰ ਆਪਾਂ ਫਾਰਮੈਲਿਟੀ ਨਹੀਂ ਬਣਾਉਣਾ ਗਾ। ਫਾਰਮੈਲਿਟੀ ਆਪਾਂ ਨਹੀਂ ਬਣਾਉਣਾ ਨਿਤਨੇਮ ਨੂੰ। ਨਿਤਨੇਮ ਅੰਦਰੋਂ ਹੋਣਾ ਚਾਹੀਦਾ। ਪਿਆਰ, ਗੁਰੂ ਨਾਲ ਪਿਆਰ, ਗੁਰੂ ਦੀ ਯਾਦ ਦੇ ਵਿੱਚ ਜੁੜਨਾ ਆਪਾਂ। ਤੇ ਜਿੰਨਾ ਚਿਰ ਜੁੜ ਗਏ ਨਾ, ਭੁੱਖ ਲੱਗੇ, ਭੁੱਖ
ਜੇ ਕਿਤੇ ਇੱਕ ਦਿਨ 5 ਮਿੰਟ ਤੁਹਾਡਾ ਨਿਤਨੇਮ ਲੇਟ ਹੋ ਗਿਆ ਨਾ ਤੇ ਤੁਹਾਡੇ ਦਿਲੋਂ ਆਏ ਹੋਵੇ ਵੀ ਮੇਰਾ ਕੋਈ ਸਰੀਰ ਦਾ ਅੰਗ ਲੈ ਗਿਆ, ਇਹ ਭੁੱਖ ਲੱਗਣ ਲੱਗ ਜੂਗੀ। ਸੋ ਪਿਆਰੇ ਬੱਚਿਓ, ਇਹ ਪਿਆਰ ਦੀ ਖੇਡ ਆ, ਚਾਅ ਦੀ ਖੇਡ ਆ, ਨਿਆਰੇਪਨ ਦੀ ਖੇਡ ਆ। ਇਹ ਵਰਤਦੀ ਆ ਤੇ ਵਰਤੇਗੀ। ਸੋ ਇਸ ਤੋਂ ਅੱਗੇ ਆਪਾਂ ਜਦੋਂ ਵੀ ਤੁਸੀਂ ਨਿਤਨੇਮ ਨਾਲ ਜੁੜੋ ਨਾ ਤੇ ਗੁਰੂ ਦੀ ਹੋਂਦ ਨੂੰ ਮੰਨਣਾ। ਉਦੋਂ ਗੁਰੂ ਜੀ ਦੀ ਹੋਂਦ ਨੂੰ ਮੰਨਣਾ ਕਿ ਗੁਰੂ ਜੀ ਦੀ ਮੈਂ ਗੋਦ ਦੇ ਵਿੱਚ ਬੈਠਾ ਤੇ ਗੁਰੂ ਜੀ ਨੇ ਤਰਸ ਕਰਕੇ, ਕਿਰਪਾ ਕਰਕੇ ਮੈਨੂੰ ਨਿਤਨੇਮ ਦੀ ਦਾਤ ਬਖਸ਼ੀ ਹੈ, ਸਹਿਜ ਪਾਠ ਦੀ ਦਾਤ ਬਖਸ਼ੀ ਹੈ, ਸੇਵਾ ਦੀ ਦਾਤ ਬਖਸ਼ੀ ਹੈ। ਇੱਕ ਕੁਝ ਕੁ ਗੱਲਾਂ ਨਾ ਆਪਾਂ ਨੂੰ ਸੰਗਤ, ਜਿਵੇਂ ਆਪਾਂ ਕਹਿ ਦਿੰਦੇ ਹਾਂ ਸੰਗਤ, ਗੁਰੂ ਘਰੇ ਜਾ ਕੇ ਆਪਾਂ ਨੂੰ ਕੀ ਮਿਲਦਾ? ਸੰਗਤ। ਸੰਗਤ ਦੇ ਵਿੱਚ ਆਪਾਂ ਸਿੱਖਣਾ, ਸਾਰਾ ਕੁਝ ਸਿੱਖਣਾ ਆਪਾਂ। ਜਿਸ ਤਰ੍ਹਾਂ ਥੋੜੇ ਦਿਨਾਂ ਦੀ ਗੱਲ ਆ, ਗਿਆਨੀ ਟਕਸਾਲ ਦੇ ਜਿਹੜੇ ਮੁੱਖ ਸੇਵਾਦਾਰ ਭਾਈ ਮੋਹਨ ਸਿੰਘ ਜੀ, ਭਿੰਡਰ ਕਲਾਂ ਸਾਨੂੰ ਜਾਣ ਦਾ ਸਮਾਂ ਮਿਲਿਆ ਜੀ ਥੋੜੇ ਦਿਨ ਪਹਿਲਾਂ। ਸਭ ਤੋਂ ਵਧੀਆ ਗੱਲ ਮੈਨੂੰ ਉੱਥੇ ਇਹ ਲੱਗੀ ਕਿ ਜਿੰਨੇ ਵੀ ਸੇਵਾਦਾਰ ਵੀਰ ਭੈਣਾਂ ਸੇਵਾ ਕਰਦੇ ਸੀਗੇ, ਸੇਵਾ ਕਰ ਰਹੇ ਸੀ, ਕੋਈ ਲੰਗਰ ਦੀ ਸੇਵਾ, ਕੋਈ ਪਹਿਰੇਦਾਰ ਦੀ ਸੇਵਾ, ਕੋਈ ਬਰਤਨ ਸਾਫ਼ ਕਰਨ ਦੀ ਸੇਵਾ, ਮੈਂ ਕਿਸੇ ਵੀ ਸੇਵਾਦਾਰ ਦੇ ਹੱਥ ਦੇ ਵਿੱਚ ਮੋਬਾਈਲ ਨਹੀਂ ਦੇਖਿਆ ਜੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੇਵਾਦਾਰ, ਕੋਈ ਸੇਵਾਦਾਰ, ਕਿਸੇ ਸੇਵਾਦਾਰ ਦੇ ਹੱਥ ਤਾਂ ਮੋਬਾਈਲ ਹੋਵੇ, ਮੋਬਾਈਲ ਆਫ, ਜੇਬਾਂ ਦੇ ਵਿੱਚ ਪਾਏ ਹੋਏ ਸੀਗੇ, ਪਰ ਜਿੱਥੇ ਵੀ ਸੇਵਾ ਕਰਦੇ ਸੀ ਸਿਮਰਨ ਚੱਲ ਰਿਹਾ ਸੀ। ਮਨ ਇੰਨਾ ਖੁਸ਼ ਹੋਇਆ ਤੇ ਅੰਦਰੋਂ ਜਾਣੀ ਕਿ ਇੱਕ ਵਿਰਾਗ ਫੁੱਟਿਆ ਵੀ ਪ੍ਰਮਾਤਮਾ ਵਾਹਿਗੁਰੂ ਇਹੋ ਜਿਹੇ ਹੁੰਦੇ ਆ ਸਿੱਖ, ਇਹਨੂੰ ਕਹਿੰਦੇ ਆ ਸਿੱਖੀ। ਬਸ ਇੱਕ ਸਮਰਪਿਤ ਦੀ ਭਾਵਨਾ ਦੇ ਨਾਲ ਸੇਵਾ ਕਰ ਰਹੇ ਸੀ ਸਾਰੇ ਵੀਰ ਭੈਣਾਂ। ਬਰਤਨ, ਜੂਠੇ ਬਰਤਨ ਹੱਥਾਂ ਦੇ ਵਿੱਚ ਖੋ ਖੋ ਕੇ ਲੈ ਕੇ ਜਾਂਦੇ ਸੀਗੇ। ਲਿਆਓ ਖਾਲਸਾ ਜੀ, ਲਿਆਓ ਵਾਹਿਗੁਰੂ ਜੀ ਅਸੀਂ ਸੇਵਾ ਕਰਦੇ ਹਾਂ, ਲਿਆਓ ਜੀ ਵਾਹਿਗੁਰੂ ਜੀ ਅਸੀਂ ਕਰਦੇ ਹਾਂ ਸੇਵਾ। ਇਹ ਭਾਵਨਾ, ਇਹ ਸੇਵਾ ਵਿਦਿਆਰਥੀ ਜੀਵਨ ਦੇ ਵਿੱਚ ਜ਼ਰੂਰੀ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਆਪਣੇ ਤੇ ਤਰਸ ਕਰਨ, ਇਹ ਭਾਵਨਾ, ਇਹ ਪਿਆਰ ਆਪਣੇ ਵਿੱਚ ਆ ਜੇ। ਇੱਕ ਗੱਲ ਪੱਕੀ ਕਰ ਲਓ ਵੀ ਜਿੱਥੇ ਵੀ ਤੁਸੀਂ ਪ੍ਰਸ਼ਾਦਾ ਛਕੋ, ਗੁਰੂ ਘਰ ਜਾਂ ਕਿਤੇ ਸਾਂਝੇ ਸਥਾਨ ਤੇ, ਆਪਣੇ ਬਰਤਨ ਕਿਸੇ ਨੂੰ ਨਾ ਦਿਓ। ਘੱਟੋ ਘੱਟ ਜੇ ਤੁਸੀਂ ਸੰਗਤ ਦੇ ਬਰਤਨਾਂ ਦੀ ਸੇਵਾ ਨਹੀਂ ਕਰਨੀ ਨਾ, ਘੱਟੋ ਘੱਟ ਆਪਣੇ ਬਰਤਨ ਤਾਂ ਆਪ ਸਾਫ਼ ਕਰਕੇ ਆਓ। ਆਮ ਆਪਾਂ ਹਾਲਾਤ ਦੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਕਿ ਆਪਾਂ ਚਾਹ ਪਾਣੀ ਛਕਿਆ, ਜਲ ਪਾਣੀ ਛਕਿਆ ਤੇ ਬਰਤਨ ਆਪਾਂ ਉੱਥੇ ਰੱਖ ਕੇ ਤੁਰੇ ਆਉਣੇ ਆ। ਸੋ ਇਹ ਆਪਾਂ ਗੱਲਾਂ ਨਹੀਂ ਕਰਨੀਆਂ। ਸੋ ਅੱਜ ਤੋਂ ਆਪਾਂ ਇਹ ਪ੍ਰਣ ਕਰੀਏ ਕਿ ਗੁਰੂ ਘਰ ਦੇ ਵਿੱਚ ਗੁਰਦੁਆਰੇ ਜਾਏ ਸੋਝੀ ਪਾਏ ਸੀ। ਆਪਣੇ ਹੱਥਾਂ ਨੂੰ ਪਵਿੱਤਰ ਆਪਾਂ ਕਾਹਦੇ ਨਾਲ ਕਰ ਸਕਦੇ ਹਾਂ? ਸੇਵਾ ਕਰਕੇ। ਸੇਵਾ ਦੇ ਨਾਲ ਹੀ ਆਪਣੇ ਹੱਥ ਪੈਰ ਪਵਿੱਤਰ ਹੋਣਗੇ। ਸੋ ਸੇਵਾ ਜਿਹੜੀ ਹੈਗੀ ਆ ਬੇਟਾ ਜੀ, ਆਪਾਂ ਆਪਣੇ ਘਰ ਤੋਂ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ। ਜਿਹੜੇ ਸਿਆਣੇ ਬੱਚੇ ਬੱਚੀਆਂ ਬੈਠੇ ਨੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਤੁਸੀਂ ਘਰੇ ਆਪਣੇ ਮਾਤਾ ਪਿਤਾ ਜੀ ਦੇ ਨਾਲ, ਦਾਦਾ ਦਾਦੀ ਜੀ ਦੇ ਨਾਲ, ਉਹਨਾਂ ਦੇ ਨਾਲ ਤੁਸੀਂ ਸੇਵਾ ਕਰਾਉਣੀ ਆ। ਤੇ ਟਾਈਮ ਟੇਬਲ ਦੀ ਗੱਲ ਚੱਲ ਰਹੀ ਸੀ ਬੇਟਾ ਜੀ। ਟਾਈਮ ਟੇਬਲ ਦੇ ਵਿੱਚ ਤੁਸੀਂ ਘੱਟੋ ਘੱਟ ਅੱਧਾ ਘੰਟਾ 15 ਮਿੰਟ ਆਪਣੇ ਦਾਦਾ ਦਾਦੀ ਵਾਸਤੇ ਵੀ ਕੱਢਣੇ ਨੇ, ਉਹਨਾਂ ਦੇ ਨਾਲ ਗੱਲਾਂ ਕਰਨੀਆਂ। ਕਿਉਂਕਿ ਹੁਣ ਜਿਹੜਾ ਮਾਹੌਲ ਬਣਿਆ ਹੋਇਆ ਨਾ, ਜੇ ਕੋਈ ਰਿਸ਼ਤੇਦਾਰ ਵੀ ਆਉਂਦੇ ਆ ਮਿਲਣ, ਤੇ ਅਗਲੇ ਵੀ ਪਹਿਲਾਂ ਮੋਬਾਈਲ ਕੱਢੀ ਬੈਠੇ ਹੁੰਦੇ ਆ। ਜਿਹੜੇ ਰਿਸ਼ਤੇਦਾਰ ਆਉਂਦੇ ਆ ਉਹ ਆਪਦਾ ਮੋਬਾਈਲ, ਉਦੋਂ ਨੂੰ ਚਾਹ ਬਣ ਜਾਂਦੀ ਹੈ ਜੀ, ਚਾਹ ਪਾਣੀ ਛੱਕ ਕੇ ਠੀਕ ਆ ਜੀ, ਠੀਕ ਆ ਜੀ, ਆਵਾਂਗੇ ਜੀ, ਕੋਈ ਗੱਲ ਨਹੀਂ, ਫੋਨ ਕਰਾਂਗੇ। ਗੱਲਾਂ ਬਹੁਤ ਘੱਟ ਕਰਦੇ ਨੇ ਵੇਖਣ ਵਾਸਤੇ। ਹੁਣ ਆਮ ਆਪਣੇ ਨਾਲ ਵਾਪਰ ਰਹੀਆਂ ਤੇ ਤੁਸੀਂ ਵੀ ਇਹ ਗੱਲਾਂ ਨੋਟ ਕਰ ਲਿਓ। ਤੁਹਾਡੇ ਕੋਲ ਰਿਸ਼ਤੇਦਾਰ ਆਉਂਦਾ, ਇੱਕ ਗੱਲ ਇਹ ਨੋਟ ਕਰ ਲਿਓ, ਆਪਣੇ ਮਾਤਾ ਪਿਤਾ ਜੀ ਨੂੰ ਵੀ ਕਹਿ ਦਿਓ, ਜਿੰਨੇ ਵੀ ਪੇਰੈਂਟਸ ਸੁਣਦੇ ਆ, ਕਿ ਜਦੋਂ ਵੀ ਤੁਸੀਂ ਕਿਸੇ ਰਿਸ਼ਤੇਦਾਰ
ਸਾਕ ਸੰਬੰਧੀ ਭੈਣ ਭਰਾ ਦੋਸਤ ਮਿੱਤਰ ਨੂੰ ਮਿਲਣ ਜਾਂਦੇ ਹੋ ਨਾ, ਘੱਟੋ ਘੱਟ ਆਪਣਾ ਮੋਬਾਈਲ ਜੇਬ ਦੇ ਵਿੱਚ ਰੱਖਿਆ ਕਰੋ। ਇਹ ਸਭ ਤੋਂ ਵੱਡੀ ਕਮੀ ਆ। ਬਹੁਤ ਜਗ੍ਹਾ ਤੇ ਅਸੀਂ ਦੇਖਿਆ, ਕਿਉਂਕਿ ਇਹ ਗੱਲਾਂ ਜਿਹੜੀਆਂ ਆਪਾਂ ਨੂੰ ਵਿਦਿਆਰਥੀ ਜੀਵਨ ਤੇ ਮੇਰੇ ਨਾਲ ਆਪ ਵਾਪਰੀ ਜੀ। ਮੈਂ ਕਿਸੇ ਵੀਰ ਦਾ ਪਤਾ ਲੈਣ ਚਲਾ ਗਿਆ, ਕਿਸੇ ਨੂੰ ਮਿਲਣ ਚਲਾ ਗਿਆ, ਉੱਥੇ ਜਾ ਕੇ ਕਰਨਾ ਤਾਂ ਵੈਸੇ ਮੈਂ ਕੰਮ ਸੀਗਾ ਕੋਈ ਬੱਚੇ ਦਾ ਸੀਗਾ, ਤੇ ਪਰ ਉਹਨੇ ਮੈਨੂੰ ਟੋਕਿਆ, ਕਹਿੰਦਾ ਸਿੰਘਾ ਜੇ ਮੈਨੂੰ ਮਿਲਣ ਆਇਆ ਨਾ ਤੇ ਆਪਣਾ ਮੋਬਾਈਲ ਤਾਂ ਜੇਬ 'ਚ ਪਾ ਲਾ। ਉਹਦਾ ਮੈਂ ਗੁੱਸਾ ਨਹੀਂ ਕੀਤਾ, ਜਾਣੀ ਉਹਦੇ ਤੋਂ ਮੈਂ ਇੱਕ ਸਿੱਖਿਆ, ਕਿਉਂਕਿ ਵਿਦਿਆਰਥੀ ਜੀਵਨ ਨਾਲ ਨਾ ਗੱਲ ਚੱਲ ਰਹੀ ਸੀ। ਵਿਦਿਆਰਥੀ ਜੀਵਨ ਦੇ ਵਿੱਚ ਚੰਗੇ ਗੁਣਾਂ ਦੀ ਸਾਂਝ ਆਪਾਂ ਕਿੱਦਾਂ ਪੈਦਾ ਕਰ ਸਕਦੇ ਹਾਂ। ਸੋ ਤੁਹਾਡੀ ਬੋਲ ਚਾਲ, ਤੁਹਾਡਾ ਵਿਵਹਾਰ, ਤੁਹਾਡੀ ਰਹਿਣੀ, ਤੁਹਾਡੀ ਸਹਿਨਸ਼ੀਲਤਾ, ਤੁਹਾਡਾ ਪਿਆਰ, ਇਹ ਚੀਜ਼ਾਂ ਦਾ ਪ੍ਰਭਾਵ ਪੈਂਦਾ। ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ, ਪਹਿਲਾਂ ਤੋਲੋ ਫੇਰ ਬੋਲੋ, ਕਿ ਜਿਹੜਾ ਵੀ ਵਚਨ ਤੁਸੀਂ ਬੋਲਣ ਲੱਗੇ ਹੋ ਨਾ, ਪਹਿਲਾਂ ਉਹਦੇ ਬਾਰੇ ਸੋਚਣਾ ਚਾਹੀਦਾ ਆਪਾਂ ਨੂੰ ਕਿ ਜੇ ਮੈਂ ਇਹ ਵਚਨ ਬੋਲਿਆ, ਜੇ ਇਹ ਮੈਂ ਗੱਲ ਕੀਤੀ ਤਾਂ ਅੱਗੇ ਕਿਸੇ ਤੇ ਕੀ ਪ੍ਰਭਾਵ ਪਏਗਾ। ਜਿਹੜਾ ਮੈਂ ਵਚਨ ਬੋਲ ਰਿਹਾ, ਜਿਹੜਾ ਮੈਂ ਬਿਆਨ ਦੇ ਰਿਹਾ, ਕੀ ਇਸ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਏਗਾ। ਇਹ ਗੱਲਾਂ ਦਾ ਵੀ ਆਪਾਂ ਖਿਆਲ ਰੱਖਣਾ। ਸੋ ਟਾਈਮ ਟੇਬਲ ਸਾਰੇ ਬੱਚਿਆਂ ਨੇ ਬਣਾਉਣਾ ਜੀ। ਨਿਤਨੇਮ ਸਾਰੇ ਬੱਚੇ ਕਰਦੇ ਹੋ। ਸ਼ਾਮ ਨੂੰ ਘੱਟੋ ਘੱਟ ਰਹਿਰਾਸ ਸਾਹਿਬ ਦਾ ਪਾਠ ਜਿਹੜੇ ਬੱਚੇ ਕਰਦੇ ਆ ਨਾ, ਇੱਕ ਸਮੇਂ ਜ਼ਰੂਰ ਆਪਣੇ ਪਰਿਵਾਰ ਨੂੰ ਕੋਸ਼ਿਸ਼ ਕਰੋ ਕਿ ਸਾਰਾ ਪਰਿਵਾਰ ਇਕੱਠਾ ਹੋ ਜੇ। 20 ਤੋਂ 20 ਮਿੰਟਾਂ ਦੇ ਵਿੱਚ ਰਹਿਰਾਸ ਸਾਹਿਬ ਦਾ ਪਾਠ ਹੋ ਜਾਂਦਾ। ਸੋ ਸਾਰੇ ਪਰਿਵਾਰ ਦੇ ਮੈਂਬਰ ਤੁਸੀਂ ਇੱਕ ਜਗ੍ਹਾ ਇਕੱਠੇ ਹੋ ਕੇ, ਇੱਕ ਜਣਾ ਬਾਣੀ ਪੜ੍ਹੇ, ਦੂਜੇ ਪਿਆਰ ਦੇ ਨਾਲ ਸੁਣਨ। ਇਸ ਨਾਲ ਪਰਿਵਾਰ ਦੇ ਵਿੱਚ ਵੀ ਪਿਆਰ, ਖਵਾਕ, ਤੇ ਤੁਹਾਨੂੰ ਜਿਹੜਾ 15 ਤੋਂ 20 ਮਿੰਟ ਤੁਸੀਂ ਇਕੱਠੇ ਬੈਠੋਗੇ ਨਾ, ਸਕੂਨ ਮਿਲੂਗਾ। ਇਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਚੰਗਾ ਗੁਣ ਲੈ ਕੇ ਆਉਣਾ ਚਾਹੀਦਾ। ਸੋ ਗੁਰਬਾਣੀ ਦੇ ਵਿੱਚ ਆਉਂਦਾ ਜੀ, 6 ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਗੱਲ ਚੱਲ ਰਹੀ ਹੈ ਜੀ ਕੇਸਾਂ ਦੀ, ਕਿਉਂਕਿ ਅੱਜ ਕੇਸਾਂ ਦੇ ਵਿਸ਼ੇ ਤੇ ਵੀ ਆਪਾਂ ਨੂੰ ਜ਼ਰੂਰੀ ਹੈ। ਤਕਰੀਬਨ ਜਿੰਨੇ ਵੀ ਆਪਾਂ ਪਰਿਵਾਰ ਬੈਠੇ ਆ, ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਰੇ ਗੁਰੂ ਨਾਲ ਜੁੜੇ ਹੋਏ, ਪਰ ਕੋਸ਼ਿਸ਼ ਕਰੀਏ ਕੋਈ ਆਪਣਾ ਭੈਣ ਭਰਾ, ਆਪਣਾ ਰਿਸ਼ਤੇਦਾਰ, ਆਪਣੇ ਚਾਚੇ ਤਾਏ ਦਾ ਬੱਚਾ, ਭੂਆ ਜੀ ਦਾ ਲੜਕਾ, ਮਾਮਾ ਮਾਮੀ ਦਾ ਲੜਕਾ, ਜਿਨ੍ਹਾਂ ਦੇ ਕੇਸ ਕਤਲ ਨੇ, ਆਪਾਂ ਘੱਟੋ ਘੱਟ ਇੱਕ ਪ੍ਰਾਣੀ ਦੇ ਕੇਸ ਰੱਖਣ ਵਾਸਤੇ ਆਪਾਂ ਉਹਨਾਂ ਨੂੰ ਪ੍ਰੇਰੀਏ। ਤੇ ਨਾਲ ਨਾਲ, ਕਿਉਂਕਿ ਜਿੰਨੇ ਵੀ ਤੁਸੀਂ ਬੱਚੇ ਸੁਣ ਰਹੇ ਹੋ, ਐਜੂਕੇਟ ਪੰਜਾਬ ਪ੍ਰੋਜੈਕਟ ਦੇ ਤੁਸੀਂ ਵਲੰਟੀਅਰ ਹੋ, ਤੁਸੀਂ ਸਿਪਾਹੀ ਹੋ, ਤੁਸੀਂ ਪਰਿਵਾਰਕ ਮੈਂਬਰ ਹੋ। ਆਪਾਂ ਸਾਰੇ ਪਰਿਵਾਰ ਨੇ ਰਲ ਕੇ ਕੰਮ ਕਰਨਾ ਨਾ। ਤੋ ਸਾਰੇ ਬੱਚੇ ਪ੍ਰੇਰਿਤ ਕਰਿਆ ਕਰੋ, ਸਾਰੇ ਬੱਚੇ ਨਾਲ ਦੇ ਬੱਚਿਆਂ ਨੂੰ, ਕਿਉਂਕਿ ਤੁਹਾਡੀ ਜਿਹੜੀ ਹੈਗੀ ਹੈ ਨਾ, ਕਹਿੰਦੇ ਹੁੰਦੇ ਆ ਸਾਥੀ ਜਾਂ ਤੁਹਾਡਾ ਕੋਈ ਦੋਸਤ ਜਾਂ ਭੈਣਾਂ ਬੱਚੀਆਂ ਹੈਗੀਆਂ, ਉਹਨਾਂ ਦੀਆਂ ਸਹੇਲੀਆਂ, ਤੁਹਾਨੂੰ ਸਮਝਾਉਣਾ ਬਹੁਤ ਸੌਖਾ। ਸੋ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ। ਤੇ ਜ਼ਿੰਦਗੀ ਦੇ ਵਿੱਚ ਬੇਟਾ ਜੀ ਸਾਦਾਪਣ, ਆਪਾਂ ਭੜਕੀਲੇ ਚਮਕਦਾਰ ਕੱਪੜੇ ਨਹੀਂ ਪਾਉਣੇ। ਪਰਿਵਾਰ ਦੀ ਸਮਰੱਥਾ ਅਨੁਸਾਰ ਸਾਦਾਪਣ ਲੈ ਕੇ ਆਉਣਾ ਆਪਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਵੇਖੋ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਕਿਲਿਆਂ ਦੇ ਮਾਲਕ ਸੀਗੇ, ਇੱਕ ਰਾਜੇ ਸੀ 22 ਧਾਰ ਦੇ ਰਾਜੇ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਬੈਠਦੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਦੇ 22 ਧਾਰ ਦੇ ਰਾਜੇ, ਜਿਨ੍ਹਾਂ ਨੇ ਇਹ ਕਿਹਾ ਸੀਗਾ ਵੀ ਸਾਨੂੰ ਅੰਮ੍ਰਿਤ ਦੀ ਦਾਤ ਤੁਸੀਂ ਬਖਸ਼ੋ, ਤੇ ਪਰ ਅਲੱਗ ਉਹਨਾਂ ਨੇ ਆਪਾਂ ਨੂੰ ਰਾਜੇ ਬਣਾਇਆ ਜੀ। ਅੰਮ੍ਰਿਤ ਦੀ ਦਾਤ ਬਖਸ਼ ਕੇ ਆਪਾਂ ਨੂੰ ਰਾਜੇ ਬਣਾਇਆ, ਤੇ ਉਹਨਾਂ ਨੇ ਆਪਾਂ ਨੂੰ ਸਾਦਾਪਣ ਕਿੰਨਾ ਦੱਸਿਆ ਜੀ, ਰੱਬ ਲੋਹ ਦਾ ਕੜਾ। ਕਿਉਂਕਿ ਉਸ ਸਮੇਂ ਤੇ ਰਾਜੇ ਮਹਾਰਾਜਿਆਂ ਦੇ ਕਿੰਨੇ ਪਹਿਰਾਵੇ
ਚਮਕਦਾਰ ਹੁੰਦੇ ਹੋਣਗੇ, ਸੋਨਾ ਵਗੈਰਾ, ਹੀਰੇ ਜਵਾਹਰਾਤ, ਪੱਗਾਂ ਤੇ ਵੀ ਉਹਨਾਂ ਦੇ ਹੋਰ ਬਹੁਤ ਜ਼ਿਆਦਾ ਜਾਣੀ ਕਿ ਕੀਮਤੀ ਆਭੂਸ਼ਣ ਉਹ ਪਹਿਨਦੇ ਸੀਗੇ। ਸੋ ਇਹ ਗੱਲਾਂ ਨੂੰ ਦੇਖਦੇ ਹੋਏ ਕਿ ਮੈਨੂੰ ਮੇਰੇ ਖਾਲਸੇ ਦੇ ਵਿੱਚੋਂ ਇੱਕ ਨਿਆਰਾਪਣ ਦਿਸਣਾ ਚਾਹੀਦਾ, ਇੱਕ ਸਾਦਾਪਣ ਦਿਸਣਾ ਚਾਹੀਦਾ, ਜਿਹਦੇ ਵਿੱਚ ਕਿਉਂਕਿ ਮੇਰੇ ਇੱਕ ਬੱਚੇ ਦੇ ਕੋਈ ਵੱਖਰਾ ਕੱਪੜਾ ਹੋਵੇ ਤੇ ਦੂਸਰੇ ਦੇ ਥੋੜਾ ਸਾਦਾ ਹੋਵੇ, ਉਹ ਚੰਗਾ ਨਹੀਂ ਲੱਗਿਆ। ਮੇਰੇ ਗੁਰੂ ਨੂੰ ਨਹੀਂ ਚੰਗਾ ਲੱਗਦਾ, ਮੇਰੇ ਗੁਰੂ ਜੀ ਨੂੰ ਤਾਂ ਸਾਦਾਪਣ ਹੀ ਚੰਗਾ ਲੱਗਦਾ, ਨਿਆਰਾਪਣ। ਇਹ ਵੀ ਨਿਆਰਾਪਣ ਆ ਜੀ। ਸੋ ਗੱਲ ਚੱਲ ਰਹੀ ਸੀ ਕੇਸਾਂ ਦੀ। ਕੇਸ ਗੁਰੂ ਕੀ ਮੋਹਰਾ। ਧੰਨਵਾਦ ਉਹਨਾਂ ਮਾਤਾ ਪਿਤਾ ਦੇ ਜਿਹੜੇ ਆਪਣੇ ਬੱਚਿਆਂ ਦੇ ਸਿਰ ਤੇ ਗੁਰੂ ਦੀ ਮੋਹਰ ਕੇਸ ਰੱਖ ਰਹੇ ਨੇ, ਉਹਨਾਂ ਨੂੰ ਸੰਭਾਲ ਰਹੇ ਨੇ, ਉਹਨਾਂ ਨੂੰ ਦਸਤਾਰਾਂ ਬੰਨ੍ਹ ਕੇ ਸਜਾ ਰਹੇ ਨੇ। ਵੱਡੇ ਭਾਗਾਂ ਵਾਲੇ ਨੇ। ਗੁਰੂ ਮਹਾਰਾਜ ਕਿਰਪਾ ਬਣਾਈ ਰੱਖਣ। ਸੋ ਬੱਚਿਓ, ਕੇਸ ਗੁਰੂ ਦੀ ਮੋਹਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਿਤਾ ਜਦੋਂ ਚਮਕੌਰ ਦੀ ਗੜੀ ਨੂੰ ਛੱਡ ਕੇ ਜਾ ਰਹੇ ਨੇ, ਪੰਜਾਂ ਪਿਆਰਿਆਂ ਦਾ ਹੁਕਮ ਹੋ ਗਿਆ ਕਿ ਪਾਤਸ਼ਾਹ ਤੁਸੀਂ ਚਮਕੌਰ ਦੀ ਗੜੀ ਛੱਡ ਜਾਓ। ਪੰਜਾਂ ਪਿਆਰਿਆਂ ਨੇ ਹੁਕਮ ਵੀ ਕੀਤਾ, ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਸਾਡੇ ਵਰਗੇ ਅਨੇਕਾਂ ਸਿੱਖ ਤਿਆਰ ਕਰ ਲਓਗੇ, ਪਰ ਸਾਨੂੰ ਤੁਹਾਡੇ ਵਰਗਾ ਗੁਰੂ ਨਹੀਂ ਲੱਭਣਾ। ਗੁਰੂ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਸਿੰਘਾਂ ਦੇ ਹੁਕਮ ਦੇ ਨਾਲ ਛੱਡਣ ਤੋਂ ਪਹਿਲਾਂ ਆਪਣੇ ਚਰਨਾਂ ਦੇ ਵਿੱਚੋਂ ਜੋੜਾ ਉਤਾਰ ਦਿੱਤਾ। ਠੰਡ ਵੀ ਬੜੀ ਹੈ। ਜਿਹੜੇ ਰਸਤੇ ਤੇ ਗੁਰੂ ਸਾਹਿਬ ਜੀ ਨੇ ਚੱਲਣਾ ਪਥਰੀਲਾ ਤੇ ਕੰਡਿਆਂ ਦੇ ਨਾਲ ਭਰਿਆ ਹੋਇਆ ਰਸਤਾ, ਝਾੜੀਆਂ ਦੇ ਵਿੱਚ ਦੀ ਗੁਜ਼ਰਨਾ, ਪਰ ਮੇਰੇ ਸੱਚੇ ਪਾਤਸ਼ਾਹ ਨੇ ਆਪਣਾ ਜੋੜਾ ਉਤਾਰ ਦਿੱਤਾ। ਤਾਂ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਠੰਡ ਬੜੀ ਏ, ਤੁਸੀਂ ਜੋੜਾ ਕਿਉਂ ਉਤਾਰ ਦਿੱਤਾ? ਕਲਗੀਆਂ ਵਾਲੇ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਸਿੰਘੋ ਜਿਹੜੇ ਰਸਤੇ ਅਸੀਂ ਜਾਣਾ ਨਾ, ਜੰਗ ਹੋ ਕੇ ਹਟਿਆ ਸੀਗਾ, ਉੱਥੇ ਮੇਰੇ ਪਿਆਰੇ ਸਿੰਘਾਂ ਦੀਆਂ ਲਾਸ਼ਾਂ ਪਈਆਂ ਨੇ, ਉਹਨਾਂ ਦੇ ਦਮਾਲੇ ਵੀ ਖੁੱਲੇ ਨੇ, ਉਹਨਾਂ ਦੇ ਕੇਸ ਖਿਲਰੇ ਹੋਏ ਨੇ, ਤੇ ਮੈਂ ਨਹੀਂ ਚਾਹੁੰਦਾ, ਗੁਰੂ ਜੀ ਕਹਿੰਦੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੈਰਾਂ ਨੂੰ ਕਿਸੇ ਸਿੰਘ ਦੇ ਕੇਸ ਲੱਗਣ। ਸੋ ਇੰਨਾ ਉੱਤਮ ਮੰਨਿਆ, ਇੰਨੀ ਮਹੱਤਤਾ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਕੇਸਾਂ ਨੂੰ ਗੁਰੂ ਸਾਹਿਬ ਜੀ ਨੇ ਇੰਨੀ ਮਹਾਨਤਾ ਦਿੱਤੀ ਕਿ ਪੰਜਾਂ ਕਕਾਰਾਂ ਦੇ ਵਿੱਚ ਸਭ ਤੋਂ ਪਹਿਲੇ ਕਕਾਰ ਨੇ ਕੇਸ। ਤੇ ਕੇਸਾਂ ਨੂੰ ਇਸ ਤੋਂ ਅੱਗੇ ਮਹਾਨਤਾ ਦਿੱਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ, ਜਿਹੜਾ ਤਖਤ ਅਨੰਦਪੁਰ ਸਾਹਿਬ, ਉਹ ਵੀ ਕੇਸਾਂ ਦੇ ਨਾਮ ਤੇ ਬਣਾਇਆ। ਕੇਸਾਂ ਦੇ ਨਾਮ ਤੇ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨਾਮ ਤੇ ਇੱਕ ਤਖਤ ਦਾ ਨਾਮ ਰੱਖਿਆ ਗਿਆ, ਅਨੰਦਪੁਰ ਸਾਹਿਬ। ਜਿਹੜੇ ਲੋਕ ਕੇਸ ਕਟਾਉਂਦੇ ਹਨ, ਉਹਨਾਂ ਅੰਦਰ ਇਸ ਗੱਲ ਦਾ ਯਕੀਨ ਨਹੀਂ, ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਨਹੀਂ, ਉਹਨਾਂ ਤੇ ਵਿਸ਼ਵਾਸ ਨਹੀਂ ਕਿ ਗੁਰੂ ਸਾਹਿਬ ਜੀ ਅਕਾਲ ਪੁਰਖ ਨੇ ਜੋ ਵੀ ਆਪਣੇ ਸਰੀਰ ਦੇ ਅੰਗ ਆਪਾਂ ਨੂੰ ਬਖਸ਼ਿਸ਼ ਕੀਤੇ ਨੇ, ਕੋਈ ਵੀ ਅੰਗ ਗੁਰੂ ਸਾਹਿਬ ਜੀ ਨੇ ਆਪਣੇ ਵਾਧੂ ਨਹੀਂ ਲਾਇਆ। ਤੇ ਕੇਸ ਕਿਉਂ ਵਾਧੂ ਨੇ? ਪੱਛਮੀ ਸੱਭਿਆਚਾਰ ਦਾ ਅਸਰ
ਤੇ ਇਹ ਇਨਸਾਨ ਵੱਖਰੇ ਵੱਖਰੇ ਰੰਗ, ਵੱਖਰੇ ਵੱਖਰੇ ਢੰਗ ਸਟਾਈਲ ਦੇ ਨਾਲ ਜਿਹੜੇ ਕੇਸ ਕਟਾ ਰਿਹਾ, ਸੋ ਇਹ ਬਹੁਤ ਵੱਡੀ ਭੁੱਲ ਆ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਉਹ ਵਾਹਿਗੁਰੂ ਕਰਤਾਰ ਭੁੱਲਣ ਵਾਲਾ ਨਹੀਂ, ਉਹਨੇ ਕੋਈ ਵੀ ਆਪਣੇ ਵਾਧੂ ਅੰਗ ਨਹੀਂ ਲਾਇਆ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਦੇ ਜਿਹੜੇ ਕੇਸ ਨੇ ਗੁਰੂ ਜੀ ਨੇ ਹੀ ਬਖਸ਼ਿਸ਼ ਹੈ। ਸੋ ਪਿਆਰੇ ਬੱਚਿਓ, ਜਿੰਨੇ ਵੀ ਬੱਚੇ ਸੁਣ ਰਹੇ ਹੋ, ਵੱਧ ਤੋਂ ਵੱਧ ਬੱਚਿਆਂ ਨੂੰ ਪ੍ਰਣ ਕਰਵਾ ਕੇ ਕੇਸ ਰਖਵਾਈਏ, ਆਪਣੇ ਕੇਸਾਂ ਦੀ ਸੰਭਾਲ ਕਰੀਏ। ਆਪਣੇ ਗੁਰੂ ਨੂੰ ਆਪਾਂ ਤਾਂ ਹੀ ਸੋਹਣੇ ਲੱਗਾਂਗੇ ਨਾ, ਇਸ ਗੁਰੂ ਕੀ ਮੋਹਰ ਹੈ। ਕੋ ਬੱਚਿਓ, ਕੋਈ ਬੱਚਾ 10ਵੀਂ ਚ ਪੜ੍ਹਦਾ, ਕੋਈ +2 ਕਰ ਰਿਹਾ, ਕੋਈ BA ਕਰੇਗਾ, ਕੋਈ ਡਿਗਰੀਆਂ ਕਰੇਗਾ, ਡਿਪਲੋਮੇ ਕਰੇਗਾ। ਜਦ ਤੁਹਾਡੀ ਪੜ੍ਹਾਈ ਪੂਰੀ ਹੋਈ, ਤੁਹਾਡੇ ਸਕੂਲ ਦੇ ਮੁਖੀ ਨੇ, ਤੁਹਾਡੇ ਪ੍ਰਿੰਸੀਪਲ ਸਾਹਿਬਾਨ ਨੇ ਤੁਹਾਨੂੰ ਸਰਟੀਫਿਕੇਟ ਦੇਣਾ ਹੋਵੇ, ਬਿਨਾਂ ਮੋਹਰ ਤੋਂ, ਬਿਨਾਂ ਸਿਗਨੇਚਰ ਤੋਂ ਸਰਟੀਫਿਕੇਟ ਤੁਹਾਡਾ ਕਿਸੇ ਵੀ ਕੰਮ ਨਹੀਂ ਆਏਗਾ। ਮੰਨ ਲਓ 2000 ਦਾ ਨੋਟ ਛਾਪ ਦਿੱਤਾ, ਉਹਦੇ ਤੇ ਜੋ ਸਟੈਂਪ ਹੈਗੀ ਆ ਰਾਜਪਾਲ ਦੀ, ਉਹ ਨਹੀਂ ਲੱਗੀ, ਤਾਂ ਕੀ ਉਹ 2000 ਦਾ ਨੋਟ ਚੱਲੇਗਾ? ਬਿਨਾਂ ਪ੍ਰਿੰਸੀਪਲ ਦੀ ਮੋਹਰ ਤੋਂ ਸਰਟੀਫਿਕੇਟ ਤੁਹਾਨੂੰ ਦੇ ਦਿੱਤਾ ਜਾਵੇ, ਸਕੂਲ ਮੁਖੀ ਦੀ ਮੋਹਰ ਤੋਂ ਬਿਨਾਂ, ਅੱਗੇ ਤੁਹਾਡਾ ਸਰਟੀਫਿਕੇਟ ਨਹੀਂ ਚੱਲੇਗਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਕੇਸਾਂ ਨੂੰ ਗੁਰੂ ਕੀ ਮੋਹਰ ਕਿਹਾ, ਜਿਨ੍ਹਾਂ ਨੇ ਸਤਿਕਾਰ ਦੇ ਵਿੱਚ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਆਪਣਾ ਜੋੜਾ ਉਤਾਰ ਦਿੱਤਾ, ਜਿਨ੍ਹਾਂ ਨੇ 5 ਤਖਤਾਂ ਦੇ ਵਿੱਚੋਂ ਇੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਨਾਮ ਰੱਖਿਆ। ਸੋ ਆਪਾਂ ਉਹਨਾਂ ਦੀ ਕੁਰਬਾਨੀ, ਸਰਬੰਸਦਾਨੀ, ਕੋਈ ਇੱਕ ਵੀ ਪੁੱਤਰ ਵਾਰ ਨਹੀਂ ਸਕਦਾ। ਸੋ ਜਿਨ੍ਹਾਂ ਨੇ ਆਪਣੀ ਖਾਤਰ ਸਰਬੰਸ ਵਾਰ ਦਿੱਤਾ, 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਆਪਣੇ ਤੋਂ ਵਾਰਿਆ, 4 ਪੁੱਤਰਾਂ ਨੂੰ ਵਾਰਿਆ, ਜਾਣ ਤੋਂ ਪਿਆਰੇ ਖਾਲਸੇ ਨੂੰ ਵਾਰਿਆ। ਸੋ ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਰੋਜ਼ਾਨਾ ਨਿਤਨੇਮ ਨਾਲ ਜੁੜੀਏ, ਕੇਸ ਰੱਖੀਏ, ਕੇਸਾਂ ਦਾ ਕਤਲ ਨਾ ਕਰੀਏ, ਰੋਮਾਂ ਦੀ ਬੇਅਦਬੀ ਨਾ ਕਰੀਏ। ਸੋ ਆਓ ਹੁਣ ਆਪਾਂ ਇੱਕ ਛੋਟੀ ਜਿਹੀ ਕਵਿਤਾ ਕੇਸਾਂ ਪ੍ਰਤੀ ਉਹ ਪੜ੍ਹ ਕੇ ਸਮਾਪਤੀ ਕਰਾਂਗੇ ਜੀ। केस गुरु की मोहर ना कटवायो वीर जी, 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 पग बन के सरदार तुसी बन जायो वीर जी, पग बन के दस्तार, पग बन के सरदार तुसी बन जायो वीर जी, पग बन के सरदार तुसी बन जायो वीर जी, दिती है सरदारी सतगुर बाजां वाले ने, पुत्र बनाया तैनू अपना ताजां वाले ने,
ਕੀਤੀ ਹੈ ਸਰਦਾਰੀ ਸਤਿਗੁਰ ਬਾਜਾਂ ਵਾਲੇ ਨੇ। ਪੁੱਤਰ ਬਣਾਇਆ ਤੈਨੂੰ ਆਪਣਾ ਤਾਜਾਂ ਵਾਲੇ ਨੇ। ਸਰਬੰਸ ਦਾਨੀ ਨੂੰ ਦਿਲ ਚੋਂ ਨਾ ਭੁਲਾਇਓ ਵੀਰ ਜੀ। ਇਸ ਗੁਰੂ ਕੀ ਮੋਹਰ ਨਾ ਕਟਵਾਇਓ ਵੀਰ ਜੀ। ਕੇਸ ਗੁਰੂ ਕੀ ਮੋਹਰ ਨਾ ਕਟਵਾਇਓ ਵੀਰ ਜੀ। ਕੇਸ ਕੀਮਤੀ ਲੈਣਾ ਹੈ ਸਿੱਖੀ ਸਰਦਾਰੀ ਦਾ। ਚੇਤਾ ਰੱਖਣਾ ਪੰਜਾਂ ਦੀ ਦੱਸੀ ਰਹਿਤ ਪਿਆਰੀ ਦਾ। ਕੇਸ ਕੀਮਤੀ ਗਹਿਣਾ ਹੈ ਸਿੱਖੀ ਸਰਦਾਰੀ ਦਾ। ਚੇਤਾ ਰੱਖਣਾ ਪੰਜਾਂ ਦੀ ਦੱਸੀ ਰਹਿਤ ਪਿਆਰੀ ਦਾ। ਸੁਬਹ ਸ਼ਾਮ ਨੂੰ ਕੇਸਾਂ ਤਾਈਂ ਸੁਬਹ ਸ਼ਾਮ ਨੂੰ ਕੇਸਾਂ ਤਾਈਂ ਬਾਹਿਓ ਵੀਰ ਜੀ। ਕੇਸ ਗੁਰੂ ਕੀ ਮੋਹਰ ਨਾ ਕਟਵਾਇਓ ਵੀਰ ਜੀ। ਕੇਸ ਗੁਰੂ ਕੀ ਮੋਹਰ ਨਾ ਕਟਵਾਇਓ ਵੀਰ ਜੀ। ਤਾਰੂ ਸਿੰਘ ਨੇ ਕੇਸਾਂ ਦੇ ਲਈ ਖੋਪੜ ਲੋਹਾਇਆ ਸੀ। ਮਨੀ ਸਿੰਘ ਨੇ ਬੰਦ ਬੰਦ ਆਪਣਾ ਕਟਵਾਇਆ ਸੀ। ਤਾਰੂ ਸਿੰਘ ਨੇ ਕੇਸਾਂ ਦੇ ਲਈ ਖੋਪੜ ਲੋਹਾਇਆ ਸੀ। ਮਨੀ ਸਿੰਘ ਨੇ ਬੰਦ ਬੰਦ ਆਪਣਾ ਕਟਵਾਇਆ ਸੀ। ਗੁਰਸਿੱਖਾਂ ਦੇ ਰਸਤੇ ਤੁਰਦੇ ਜਾਇਓ ਵੀਰ ਜੀ। ਇਸ ਗੁਰੂ ਕੀ ਮੋਹਰ ਨਾ ਕਟਵਾਇਓ ਵੀਰ ਜੀ। ਕੇਸ ਗੁਰੂ ਕੀ ਮੋਹਰ ਨਾ ਕਟਵਾਇਓ ਵੀਰ ਜੀ। ਕੇਸ ਗੁਰੂ ਕੀ ਮੋਹਰ ਨਾ ਕਟਵਾਇਓ ਵੀਰ ਜੀ। ਤੋ ਪਿਆਰੇ ਬੱਚਿਓ, ਇਹ ਸੀ ਕੇਸਾਂ ਦੀ ਮਹਾਨਤਾ। ਸੋ ਆਪਣੀ ਕਾਬਲੀਅਤ ਦਾ ਸਦ ਉਪਯੋਗ ਕਰੋ। ਤੁਹਾਡੇ ਵਿੱਚ ਕੋਈ ਨਿਆਰਾ ਪਾਣਾ, ਤੁਹਾਡੇ ਵਿੱਚ ਕੋਈ ਵੱਖਰਾ ਗੁਣ ਹੈ, ਉਹ ਗੁਣ ਹੋਰਨਾਂ ਬੱਚਿਆਂ ਦੇ ਨਾਲ ਸਾਂਝਾ ਕਰੋ। ਹੋਰਾਂ ਬੱਚਿਆਂ ਦੇ ਵਿੱਚ ਆਪਣਾ ਗੁਣ ਵੰਡੋ, ਸੇਵਾ ਕਰੋ। ਕੀ ਤੁਹਾਡੀ ਕਾਬਲੀਅਤ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਈਗੋ ਤਾਂ ਨਹੀਂ? ਕੀ ਤੁਸੀਂ ਆਪਣੀ ਕਾਬਲੀਅਤ ਦੇ ਨਾਲ ਕਿਸੇ ਦੀ ਮਦਦ ਕਰ ਰਹੇ ਹੋ? ਕਿਉਂਕਿ ਤੁਹਾਡੀ ਥੋੜੀ ਜਿੰਨੀ ਕੀਤੀ ਹੋਈ ਮਦਦ ਜ਼ਿੰਦਗੀ ਬਦਲ ਦੇਵੇਗੀ। ਜ਼ਿੰਦਗੀਆਂ ਬਦਲੀਆਂ ਜੀ। ਤਕਰੀਬਨ ਆਪਾਂ ਜਿੰਨੇ ਵੀ ਪਰਿਵਾਰ ਬੈਠੇ ਆ ਨਾ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਜੀ ਦੇ ਜੀਵਨ ਸਦਕਾ, ਜਿਹੜੇ ਉਹਨਾਂ ਦੇ ਦੀਵੇ ਦੇ ਨਾਲ ਆਪਣੀਆਂ ਬੱਤੀਆਂ ਜੋੜ ਕੇ ਆਪਾਂ ਕਈ ਪਰਿਵਾਰ ਬੈਠੇ ਆ ਜਿਨ੍ਹਾਂ ਦੇ ਜ਼ਿੰਦਗੀਆਂ ਬਦਲੀਆਂ, ਪਰਿਵਾਰਾਂ ਦੀ ਹੋਂਦ ਬਦਲੀ ਆ ਜੀ, ਪਰਿਵਾਰਾਂ ਦੇ ਵਿੱਚ ਤਰੱਕੀਆਂ ਹੋਈਆਂ ਤੇ ਅੱਜ ਆਪਾਂ ਇੱਥੇ ਗੁਣ ਗਾ ਰਹੇ ਹਾਂ। ਸੋ ਇਸੇ ਤਰ੍ਹਾਂ, ਕਿਉਂਕਿ ਆਪਣੇ ਕੋਲ ਰੋਲ ਮਾਡਲ ਬੈਠੇ ਨੇ, ਜਿਸ ਤਰ੍ਹਾਂ ਆਪਾਂ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਗੱਲ ਕੀਤੀ ਹੈ ਨਾ, ਕੇਸ ਨਹੀਂ ਕਟਾਏ ਖੋਪੜੀ ਲੋਹਾਰੀ, ਸਿੱਖੀ ਕੇਸਾਂ ਸਵਾਸਾਂ ਨਾਲ ਨਵਾਈ, ਅਰਦਾਸ ਦੇ ਵਿੱਚ ਆਪਾਂ ਰੋਜ਼ ਯਾਦ ਕਰਦੇ ਹਾਂ। ਸੋ ਇਸੇ ਤਰ੍ਹਾਂ
ਕੀ ਆਪਾਂ ਆਪਣੇ ਗੁਣਾਂ ਨੂੰ, ਆਪਣੀ ਕਾਬਲੀਅਤ ਨੂੰ ਕਿਸੇ ਦੇ ਭਲੇ ਦੇ ਲਈ ਵਰਤ ਰਹੇ ਆ? ਇਹ ਸਭ ਤੋਂ ਵੱਡਾ ਗੁਣ ਹੈ, ਕਿਉਂਕਿ ਆਪਣਾ ਗੁਣ ਵੰਡਣ ਦੇ ਨਾਲ ਘਟਦਾ ਨਹੀਂ, ਉਹ ਵੱਧਦਾ ਜੀ। ਤੁਸੀਂ ਆਪਣੀ ਕਾਬਲੀਅਤ ਕਿਸੇ ਨਾਲ ਵੰਡੋਗੇ, ਆਪਣਾ ਗੁਣ ਕਿਸੇ ਨਾਲ ਵੰਡੋਗੇ ਤਾਂ ਤੁਹਾਡੇ ਵਿੱਚ ਨਿਖਾਰ ਆਏਗਾ, ਨਿਆਰਾਪਣ ਆਏਗਾ। ਸੋ ਆਓ ਆਪਾਂ ਅੱਜ ਤੋਂ ਪ੍ਰਣ ਕਰੀਏ ਹਰ ਇੱਕ ਸਮੇਂ, ਕਿਉਂਕਿ ਆਪਣੇ ਗੁਰੂ ਜੀ ਦਾ ਹੁਕਮ ਆ, ਬੇਨਤੀ ਨਹੀਂ ਹੁਕਮ ਆ ਜੀ। ਆਪਾਂ ਹੁਕਮ ਮੰਨਣਾ, ਹੁਕਮ ਮੰਨਣ ਹੋਵੇ ਪ੍ਰਵਾਨ, ਫੇਰ ਹੀ ਆਪਾਂ ਪ੍ਰਵਾਨ ਹੋਵਾਂਗੇ। ਗੁਰੂ ਮਹਾਰਾਜ ਕਿਰਪਾ ਕਰਨ। ਧੰਨਵਾਦ ਐਜੂਕੇਟ ਪੰਜਾਬ ਪ੍ਰੋਜੈਕਟ ਦਾ, ਜਿਨ੍ਹਾਂ ਨੇ ਅੱਜ ਸਾਨੂੰ ਵਿਚਾਰਾਂ ਸਾਂਝੀਆਂ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਜੀ। ਕਿਉਂਕਿ ਕੋਈ ਬੁਲਾਰੇ ਨਹੀਂ ਹਾਂ, ਬੋਲਣਾ ਨਹੀਂ ਆਉਂਦਾ, ਬੋਲਦਿਆਂ ਤੋਂ ਕਿਸੇ ਵੀ ਰੂਹ ਦੇ ਖਿਲਾਫ ਕੋਈ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਵੇ, ਅਣਜਾਣ ਸਮਝ ਕੇ ਮੁਆਫ ਕਰ ਦੇਣਾ, ਸੰਗਤ ਬਖਸ਼ਣ ਯੋਗਾ ਬਖਸ਼ ਲੈਣਾ, ਤੇ ਅੱਗੇ ਤੋਂ ਅਰਦਾਸ ਕਰਨਾ ਕਿ ਬੋਲਣ ਦੀ ਜਾਂਚ ਆ ਜਾਵੇ, ਹੋਈਆਂ ਭੁੱਲਾਂ ਦੀ ਖਿਮਾ। ਦੁਬਾਰਾ ਫਿਰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੁੱਚੀ ਟੀਮ ਦਾ ਧੰਨਵਾਦ, ਬੱਚਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਸੋਹਣ ਸਿੰਘ ਜੀ ਦਾ, ਜਿਨ੍ਹਾਂ ਨੇ ਵਿਦਿਆਰਥੀ ਨੂੰ ਆਪਣੇ ਜੀਵਨ ਵਿੱਚ ਚੰਗੇ ਗੁਣਾਂ ਬਾਰੇ ਦੱਸਿਆ। ਤੇ ਦੂਸਰਾ ਪੁਆਇੰਟ ਵੀਰ ਜੀ ਜਿਹੜਾ ਕੇਸਾਂ ਦਾ, ਅਸੀਂ ਕੁਦਰਤ ਦੀ ਦਾਤ ਬਖਸ਼ੀ ਜਿਹੜੀ ਕੇਸਾਂ ਦੀ ਸੰਭਾਲ ਕਰੀਏ। ਤੇ ਬਹੁਤ ਹੀ ਪਿਆਰੀ ਕਿਰਤਾ ਰਾਹੀਂ, ਕਵਿਤਾ ਰਾਹੀਂ ਵੀਰ ਜੀ ਨੇ ਕੇਸਾਂ ਦੀ ਮਹਾਨਤਾ ਬਿਆਨ ਕੀਤੀ। ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਹੁਣ ਬੱਚਿਆਂ ਦੇ ਸਵਾਲ ਜਵਾਬ ਨੇ ਜੀ। ਬੇਟੇ ਹੈਂਡ ਰੇਜ਼ ਕਰ ਸਕਦੇ ਨੇ ਬੱਚੇ। ਸਭ ਤੋਂ ਪਹਿਲਾਂ ਹੈਗਾ 12832 ਪਟਿਆਲਾ ਤੋਂ ਜੀ। ਹਾਂਜੀ ਪੁੱਤਰ, ਵੀਰ ਜੀ ਇਹਨਾਂ ਬੱਚੇ ਨੂੰ ਲੈ ਲਓ ਜੀ। ਸਭ ਤੋਂ ਪਹਿਲਾਂ ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਉਹਨਾਂ ਨੇ ਸਾਨੂੰ ਵਿਦਿਆਰਥੀ ਜੀਵਨ ਦੇ ਚੰਗੇ ਗੁਣਾਂ ਬਾਰੇ ਦੱਸਿਆ। ਤੇ ਮੇਰਾ ਕੁਐਸਚਨ ਸੀਗਾ ਵੀਰ ਜੀ, ਵੀ ਮੰਨ ਲਓ ਆਪਣਾ ਪੇਪਰ ਚੱਲ ਰਿਹਾ ਤੇ ਕੋਈ ਬੱਚਾ ਪੇਪਰ 'ਚ ਸਾਡੇ ਤੋਂ ਕੋਈ ਕੁਐਸਚਨ ਪੁੱਛਦਾ ਹੈ, ਮੈਨੂੰ ਕਰਾ ਦੇ ਤੇ ਆਪਾਂ ਨਹੀਂ ਕਰਾਉਂਦੇ ਤਾਂ ਉਸਦਾ ਦਿਲ ਦੁੱਖ ਜਾਂਦਾ ਹੈ, ਕਿ ਇਸ 'ਚ ਵੀ ਸਾਡੀ ਗਲਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਕੋਈ ਵੀ ਸੰਸਥਾ, ਕੋਈ ਵੀ ਆਪਣਾ, ਜਿਵੇਂ ਜਿਸ ਤਰ੍ਹਾਂ ਸਕੂਲ ਦੀ ਉਦਾਹਰਨ ਦਿੱਤੀ ਆ ਤੁਸੀਂ, ਤੁਹਾਡਾ ਪੇਪਰ ਚੱਲ ਰਿਹਾ, ਕਿਉਂਕਿ ਪੇਪਰ ਲਾਈਨ ਸਮੇਂ ਕੋਈ ਰੂਲ ਹੁੰਦੇ ਨੇ। ਜਿਹੜੀ ਆਪਾਂ ਹੈਲਪ ਦੀ ਗੱਲ ਕਰਦੇ ਆ ਨਾ, ਹੈਲਪ ਆਪਾਂ ਕਰਨੀ ਆ ਉਹਨਾਂ ਨੂੰ ਪੇਪਰ ਤੋਂ ਪਹਿਲਾਂ, ਉਹਨੂੰ ਪੜ੍ਹਾਈ ਦੇ ਵਿੱਚ ਆਪਾਂ ਮਦਦ ਕਰਨੀ ਆ। ਉਹ ਤਾਂ ਚੀਟਿੰਗ ਹੋ ਗਈ ਨਾ, ਆਪਾਂ ਚੀਟਿੰਗ ਤਾਂ ਕਰਨੀ ਨਹੀਂ, ਆਪਾਂ ਚੀਟਿੰਗ ਨਹੀਂ ਕਰਨੀ ਬੇਟਾ ਜੀ। ਹੈਲਪ ਤੁਸੀਂ ਉਸ ਟਾਈਮ ਤੇ, ਕਿਉਂਕਿ ਰੂਲ ਨੇ। ਜਿਸ ਤਰ੍ਹਾਂ ਇੱਕ ਰੋਡ ਤੇ ਬੱਸ ਜਾ ਰਹੀ ਆ, ਬੱਸ ਆਪਣੀ ਰਫ਼ਤਾਰ ਦੇ ਨਾਲ ਜਾ ਰਹੀ ਹੈ, ਇੱਕਦਮ ਕੋਈ ਬਰਾਬਰ ਤੋਂ ਆ ਕੇ ਕਹੇ ਮੈਨੂੰ ਬਿਠਾ ਲਓ ਜੀ, ਉਹ ਨਹੀਂ। ਉਹ ਬੱਸ ਜਾ ਕੇ ਅੱਡੇ ਤੇ ਰੁਕੇਗੀ, ਉੱਥੇ ਕੱਲੇ ਕੱਲੇ ਸਵਾਰੀਆਂ ਜਾਣੀ ਕਿ ਚੜ੍ਹਦੀਆਂ ਹੁੰਦੀਆਂ, ਜਿਵੇਂ ਉਸੇ ਤਰ੍ਹਾਂ ਚੜ੍ਹਨਗੀਆਂ, ਕਿਉਂਕਿ ਰੂਲ ਹੁੰਦੇ ਨੇ, ਕੋਈ ਵੀ ਕੰਮ ਦੇ ਰੂਲ ਹੁੰਦੇ ਨੇ। ਸੋ ਬੇਟਾ ਜੀ, ਆਪਾਂ ਹੈਲਪ ਦੀ ਸੇਵਾ ਦੀ ਗੱਲ ਆ ਨਾ, ਤੁਸੀਂ ਸੇਵਾ ਕਰ ਸਕਦੇ ਹੋ, ਉਹਨੂੰ ਆਪਣਾ ਜਿਹੜਾ ਤੁਹਾਡਾ ਗੁਣ ਆ ਉਹ ਸਾਂਝਾ ਕਰਨਾ। ਉੱਥੇ ਤਾਂ ਤੁਸੀਂ ਪਨਿਸ਼ਮੈਂਟ ਤੁਹਾਨੂੰ ਮਿਲੇਗੀ, ਫਿਰ ਤੁਹਾਨੂੰ ਜਿਹੜੇ ਤੁਹਾਡੇ ਟੀਚਰ ਸਾਹਿਬਾਨ, ਤੁਹਾਡੇ ਪ੍ਰਿੰਸੀਪਲ ਸਾਹਿਬਾਨ, ਉਦੋਂ ਤੁਹਾਨੂੰ ਕੀ ਕਹਿਣਗੇ, ਠੀਕ ਹੈ ਨਾ ਗੱਲ। ਸੋ ਵਿਦਿਆਰਥੀ ਜੀਵਨ ਦੇ ਵਿੱਚ ਆਪਾਂ ਚੰਗੇ ਗੁਣਾਂ ਦੀ ਗੱਲ ਕਰਨੀ ਹੈ ਨਾ, ਉੱਥੇ ਉਹ ਬੱਚੇ ਨੂੰ ਵੀ ਸਮਝਣਾ ਚਾਹੀਦਾ ਕਿ ਹੁਣ ਇਮਤਿਹਾਨ ਦਾ ਸਮਾਂ, ਹੁਣ ਮੈਨੂੰ ਜਿੰਨਾ ਵੀ ਆਉਂਦਾ ਮੈਂ ਲਿਖਾਂਗਾ, ਮੈਂ ਕਿਸੇ ਨੂੰ ਪੁੱਛਾਂਗਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਲਾ ਬੱਚਾ ਵੀਰ ਜੀ 12139 ਬਲਰਾਜ ਸਿੰਘ। 12139 ਬਲਰਾਜ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ
ਸਰ ਮੇਰਾ ਇਹ ਸਵਾਲ ਹੈ, ਜਿਹੜੇ ਬੱਚੇ ਕੇਸ ਨਹੀਂ ਰੱਖਦੇ ਉਹਨਾਂ ਨੂੰ ਅਸੀਂ ਕਿਵੇਂ ਮਨਾ ਸਕਦੇ ਹਾਂ ਵੀ ਤੁਸੀਂ ਕੇਸ ਰੱਖੋ? ਬੇਟਾ ਜੀ ਉਹਨਾਂ ਨੂੰ ਤੁਸੀਂ ਕੇਸਾਂ ਦੀ ਮਹਾਨਤਾ ਬਾਰੇ ਦੱਸਣਾ। ਕੇਸ ਗੁਰੂ ਕੀ ਮੋਹਰ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਉਦਾਹਰਨਾਂ ਦਿੱਤੀਆਂ ਨੇ, ਮੈਂ ਇਹ ਉਦਾਹਰਨਾਂ ਦੇ ਕੇ, ਜਿਸ ਤਰ੍ਹਾਂ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਜਦੋਂ ਲੈਕਚਰ ਲਾਉਂਦੇ ਆ ਨਾ, ਉਹ ਉਦਾਹਰਨ ਦਿੰਦੇ ਹੁੰਦੇ ਹੈਗੇ ਕਿ ਜਦੋਂ ਮੈਂ ਇੰਗਲੈਂਡ ਗਏ ਅਸੀਂ, ਉੱਥੇ ਸਾਨੂੰ ਕੇਸ ਕਤਲ ਕਰਨ ਨੂੰ ਕਿਹਾ। ਭਾਈ ਜਸਵਿੰਦਰ ਸਿੰਘ ਜੀ ਨੂੰ ਉਹਨਾਂ ਨੇ ਅੰਗਰੇਜ਼ਾਂ ਨੇ ਕੇਸ ਕਤਲ ਕਰਨ ਦੀ ਖਾਤਰ ਕਿਹਾ ਸੀਗਾ, ਪਰ ਉਹਨਾਂ ਨੇ ਹੁਕਮ ਗੁਰੂ ਜੀ ਦਾ ਮੰਨਿਆ, ਕੇਸ ਕਤਲ ਨਹੀਂ ਕਰਵਾਏ। ਅੱਜ ਉਹ ਦੱਸ ਰਹੇ ਆ ਕਿ ਸਾਡਾ ਬਿਜ਼ਨਸ ਵੀ ਕਿੱਥੇ ਆ ਤੇ ਅਸੀਂ ਕਿਸ ਤਰ੍ਹਾਂ ਹਜ਼ਾਰਾਂ ਬੱਚਿਆਂ ਨੂੰ ਪੜ੍ਹਾ ਵੀ ਰਹੇ ਆ ਜਾਂ ਸੇਵਾ ਕਰ ਰਹੇ ਆ। ਇਹ ਜਿਹੀਆਂ ਆਪਾਂ ਉਹਨਾਂ ਨੂੰ ਉਦਾਹਰਨਾਂ ਦੇਣੀਆਂ ਨੇ। ਠੀਕ ਹੈ ਜੀ, ਕੇਸ ਗੁਰੂ ਦੀ ਮੋਹਰ ਆ। ਬਾਕੀ ਸਾਰੀਆਂ ਗੱਲਾਂ ਜਿਸ ਤਰ੍ਹਾਂ ਤੁਸੀਂ ਪ੍ਰੇਰਿਤ ਕਰੋਗੇ ਨਾ ਕਿ ਵੀ ਵੇਖੋ ਮੈਂ ਕੇਸ ਰੱਖੇ ਨੇ, ਮੈਂ ਸੋਹਣੀ ਦਸਤਾਰ ਸਜਾਉਣ ਲੱਗ ਗਿਆ, ਤੁਹਾਡੇ ਗੁਣਾਂ ਕਰਕੇ ਜਦੋਂ ਤੁਸੀਂ ਆਪਣੇ ਗੁਣ ਉਹਨਾਂ ਨਾਲ ਬੱਚੇ ਨਾਲ ਸਾਂਝੇ ਕਰੋਗੇ, ਉਹ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪੇ ਹੀ ਕੇਸ ਰੱਖ ਲਏਗਾ। ਤੂੰ ਆਪਾਂ ਆਪਣਾ ਕੰਮ ਕਰਨਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਲਾ ਬੱਚਾ ਹੈ ਜੀ 16171 ਜੈਤੋ ਜ਼ੋਨ ਤੋਂ ਅਨਮੋਲਦੀਪ ਸਿੰਘ। 16171। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਦਾਸ ਦੀ ਇੱਕ ਬੇਨਤੀ ਸੀ ਕਿ ਇੱਕ ਸਵਾਲ ਹੈ ਜਿਹੜਾ ਵੀ ਕਈ ਵਾਰੀ ਸਟੇਜਾਂ ਦੇ ਉੱਤੇ, ਕਈ ਵਾਰੀ ਵੱਖ-ਵੱਖ ਸੰਸਥਾਵਾਂ ਦੇ ਦੁਆਰਾ ਮੈਂ ਸੁਣਿਆ, ਦਾਸ ਨੇ ਇਹ ਗੱਲ ਸੁਣੀ ਹੈ ਕਿ ਨੌਜਵਾਨਾਂ ਨੂੰ, ਨੌਜਵਾਨ ਵੀਰਾਂ ਭੈਣਾਂ ਨੂੰ, ਬੱਚਿਆਂ ਨੂੰ ਸਟੇਜ 'ਤੇ ਆ ਕੇ ਉਹਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ, ਦਿੱਤਾ ਜਾਵੇ। ਤੇ ਪਰ ਦਾਸ ਨੇ ਦੇਖਿਆ ਕਿ ਕੁਛ ਸੰਸਥਾਵਾਂ ਸਿਰਫ ਸਟੇਜ 'ਤੇ ਇਹ ਗੱਲ ਕਹਿ ਦਿੰਦੀਆਂ, ਤੇ ਜਦੋਂ ਕੋਈ ਨੌਜਵਾਨ ਵੀਰ ਜਾਂ ਭੈਣਾਂ ਆਪਣੇ ਕੁਛ ਆਪਣੇ ਗੁਣਾਂ ਦੀ ਸਾਂਝ ਜਾਂ ਕੋਈ ਆਪਣੇ ਅੰਦਰਲਾ ਟੈਲੈਂਟ ਸਾਂਝਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ। ਤੇ ਉਹਦਾ ਵੀਰ ਜੀ ਕੀ ਕਾਰਨ ਹੁੰਦਾ ਵੀ ਉਹਨਾਂ ਵੀਰਾਂ ਭੈਣਾਂ ਨੂੰ, ਨੌਜਵਾਨਾਂ ਨੂੰ, ਨੌਜਵਾਨ ਪੀੜ੍ਹੀ ਨੂੰ ਕਿਉਂ ਰੋਕ ਦਿੱਤਾ ਜਾਂਦਾ? ਕੀ ਇਹ ਸਾਡੀ ਸੋਚ ਸਿਰਫ ਸਟੇਜ 'ਤੇ ਬੋਲਣ ਤੱਕ ਰਹਿ ਗਈ ਵੀ ਸਾਡੀ ਸੰਸਥਾ ਕਰੂਗੀ, ਜਿੱਦਾਂ ਕਰੂਗੀ? ਇਹ ਮੇਰਾ ਲਾਈਫ ਦੇ ਵਿੱਚ ਤਜਰਬਾ ਹੋ ਚੁੱਕਿਆ ਜੀ, ਇਹ ਮੇਰਾ 2-3 ਵਾਰੀ ਇੱਦਾਂ ਮੇਰੇ ਨਾਲ ਹੋ ਚੁੱਕਿਆ। ਤਾਂ ਮੈਂ ਤੁਹਾਨੂੰ ਜਿਹੜਾ ਸਵਾਲ ਕਰਨ ਲੱਗਾ ਵੀਰ ਜੀ, ਪਲੀਜ਼ ਮੈਨੂੰ ਇਹਦਾ ਜਵਾਬ ਜਿਹੜਾ ਤੁਸੀਂ ਆਪਦੇ ਹਿਸਾਬ ਨਾਲ। ਵੀਰ ਜੀ, ਸਟੇਜਾਂ ਬਹੁਤ ਤਰ੍ਹਾਂ ਦੀਆਂ ਸਟੇਜਾਂ ਹੁੰਦੀਆਂ। ਕਿਹੜੀ ਸਟੇਜ ਤੇ ਕੀ ਹੈਗਾ, ਕੀ ਇਹ ਤੁਹਾਡਾ ਕੋਈ ਨਿੱਜੀ ਹੋਵੇਗਾ ਜਾਂ ਕੀ ਹੈਗਾ, ਇਹਦੇ ਬਾਰੇ ਸਾਨੂੰ ਦੱਸਿਆ ਨਹੀਂ ਜਾਂਦਾ ਵੀ ਕਿਹੜੇ ਕੰਮ ਦੀ ਖਾਤਰ ਵੀ ਕਿੱਦਾਂ। ਸਾਨੂੰ ਦੁਬਾਰਾ ਦੱਸੋ ਜੀ ਥੋੜਾ। ਵੀਰ ਜੀ, ਅਸਲ ਕਿ ਬਾਬਾ ਫਰੀਦ ਦਾ ਜਦੋਂ ਮੇਲਾ ਲੱਗਦਾ ਜੀ ਫਰੀਦਕੋਟ ਦੇ ਵਿੱਚ, ਡਿਸਟ੍ਰਿਕਟ ਫਰੀਦਕੋਟ ਦੇ ਵਿੱਚ, ਤਾਂ ਉਸ ਸਮੇਂ ਮੈਂ ਬੇਨਤੀ ਕੀਤੀ, ਮੈਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਥੋੜਾ ਜਿਹਾ ਚਾਨਣਾ ਪਾਉਣਾ। ਮੈਂ ਕਵਿਤਾ ਲਿਖੀ ਸੀ ਆਪਣੀ ਜੀ, ਤਾਂ ਮੈਂ ਉੱਥੇ ਬੇਨਤੀ ਕੀਤੀ ਸੀ, ਮੈਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕਵਿਤਾ ਲਿਖੀ ਹੈ ਉਹ ਮੈਂ ਆਪਣੀ ਪੇਸ਼ ਕਰਨੀ ਚਾਹੁੰਦਾ। ਤਾਂ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ, ਤੁਸੀਂ ਬੈਠੋ, ਤੁਹਾਨੂੰ ਟਾਈਮ ਦੇ ਦਾਂਗੇ। ਤੇ ਉਸ ਤੋਂ ਬਾਅਦ ਅਨੇਕਾਂ ਲੀਡਰ, ਅਨੇਕਾਂ ਮੰਤਰੀ ਆਪਦੇ ਰਾਜਨੀਤੀ ਨੂੰ ਲੈ ਕੇ ਉੱਥੇ ਚੱਲ ਪਏ, ਤੇ ਪਰ ਉਹਨਾਂ ਨੇ ਮੈਨੂੰ 1 ਮਿੰਟ ਵੀ ਟਾਈਮ ਨਹੀਂ ਦਿੱਤਾ ਵੀ ਗੁਰੂ ਨਾਨਕ ਦੀ ਗੱਲ ਕਰਨ ਦਾ। ਤਾਂ ਕਰਕੇ ਉਸ ਸਮੇਂ ਮੈਨੂੰ 3-4 ਵਾਰੀ ਇਹ ਗੱਲ, ਇਹੀ ਪੁਆਇੰਟ ਮੇਰਾ ਹੋ ਚੁੱਕਿਆ ਵੀ ਕਿਤੇ ਤਾਂ ਮੈਂ ਗੁਰੂ ਤੇਗ ਬਹਾਦਰ ਜੀ ਤੇ ਕਿਤੇ ਗੁਰੂ ਨਾਨਕ ਦੇਵ ਜੀ ਦੇ ਜਾਂ ਸਾਡੇ ਸਿੱਖ ਇਤਿਹਾਸ ਨੂੰ ਲੈ ਕੇ ਕਿਤੇ ਨਾ ਕਿਤੇ ਮੈਂ ਬੋਲਣਾ ਚਾਹਿਆ, ਤੇ ਮੈਨੂੰ 3 ਵਾਰੀ ਰੋਕ ਦਿੱਤਾ। ਵੀਰ ਜੀ, ਬਹੁਤ ਵਧੀਆ, ਕਿਉਂਕਿ ਤੁਹਾਡੀ ਭਾਵਨਾ ਬਹੁਤ ਵਧੀਆ। ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਪਿਆਰ ਕਰਦੇ ਹੋ, ਤੁਸੀਂ ਉਹਨਾਂ ਦੀ ਕਵਿਤਾ ਲਿਖੀ ਹੈ ਨਾ। ਤੁਹਾਡੀ ਇੱਕ ਭਾਵਨਾ ਕਿ ਮੈਂ ਵੀ ਜਾਨੀ ਕਿ ਗੁਰੂ ਦੀ ਉਸਤਤੀ ਕਰਾਂ, ਗੁਰੂ ਜੀ ਦਾ ਕੀਰਤਨ ਕਰਾਂ ਉਸ ਸਟੇਜ ਤੇ, ਹਨਾ। ਪਰ ਕੁਝ ਕਾਰਨ ਹੁੰਦੇ ਨੇ, ਕੋਈ ਸਵਾਰਥੀ, ਉਹਨਾਂ ਨੂੰ ਜਾਨੀ ਕਿ ਜਿਹੜਾ ਤੁਹਾਡੇ ਕੋਲ ਗੁਣ ਸੀਗਾ, ਉਹਨਾਂ ਨੂੰ ਤੁਹਾਡੇ ਗੁਣ ਦੀ ਸਮਝ ਨਹੀਂ ਆਈ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਵੀ ਜਿੱਥੇ ਬੋਲਣ ਹਾਰਿਆ ਤਿੱਥੇ ਚੰਗੀ ਚੁੱਪ। ਜਦੋਂ ਪਤਾ ਆਗਾ ਆਪਾਂ ਨੂੰ, ਕਿਉਂਕਿ ਉੱਥੇ ਜਿਹੜੀ ਵੱਡੀ ਸਟੇਜ ਹੁੰਦੀ ਹੈ ਵੀਰ ਜੀ, ਚਲੋ ਆਪਾਂ ਇਹ ਨਹੀਂ ਕਹਿੰਦੇ, ਪ੍ਰਬੰਧਕਾਂ ਦੀ ਵੀ ਕੋਈ ਮਜਬੂਰੀ ਹੋਊਗੀ ਜਾਂ ਪ੍ਰਬੰਧਕਾਂ ਨੇ, ਤੇ ਇਹ ਆਪਾਂ ਨਿਰਾਸ਼ਤਾ ਦੇ ਵਿੱਚ ਨਹੀਂ ਲੈ ਕੇ ਜਾਣਾ, ਉਹਦੇ ਤੋਂ ਵੀ ਕੁਝ ਸਿੱਖਣਾ। ਨਹੀਂ ਵੀਰ ਜੀ, ਏਦਾਂ ਤਾਂ ਦਾਸ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਦਾਸ ਲੋਕਡਾਊਨ ਤੋਂ ਬਾਅਦ 11 ਸਕੂਲਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਦੀ ਗੱਲ ਕਰ ਆਇਆ ਜੀ। ਦਾਸ ਤੇ ਪਰਮਾਤਮਾ ਨੇ ਕਿਰਪਾ ਕੀਤੀ, ਲਾਕਡਾਊਨ ਤੋਂ ਬਾਅਦ 11 ਸਕੂਲਾਂ ਜਾ ਕੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜਿਹੜਾ ਬੱਚਿਆਂ ਨੂੰ ਜਾਣੂ ਕਰਵਾਇਆ ਹੈ ਦਾਸ ਜੀ। ਪਰਮਾਤਮਾ ਦੀ ਕਿਰਪਾ ਹੋਈ ਬਹੁਤ।
ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ। ਗੁਰੂ ਮਹਾਰਾਜ ਦੀ ਕਿਰਪਾ ਤੁਹਾਡੇ ਤੇ, ਇਸੇ ਤਰ੍ਹਾਂ ਤੁਸੀਂ ਜੁੜੇ ਰਹੋ। ਆਪਾਂ ਇਹ ਚੀਜ਼ ਨੂੰ ਇੱਕ ਸਟੇਜ ਤੇ ਨਹੀਂ ਗਏ, ਤੁਸੀਂ 11 ਸਟੇਜਾਂ ਤੇ ਜਾ ਆਏ ਹੋ ਨਾ। ਹਾਂਜੀ ਵੀਰ ਜੀ, ਤੇ ਪ੍ਰਮਾਤਮਾ ਫਿਰ ਦੀ ਉਹ ਆਪਾਂ ਇੱਕ ਸਟੇਜ ਵਾਲਾ ਕੰਮ ਛੱਡ ਦਿਓ, ਨੈਗੇਟਿਵ ਪੁਆਇੰਟ ਲੈਣਾ ਹੀ ਨਹੀਂ ਆਪਾਂ, ਠੀਕ ਹੈ ਜੀ, ਘਬਰਾਉਣਾ। ਠੀਕ ਹੈ ਨਾ। ਦੇਖੋ ਵੀਰ ਜੀ, ਜਿੰਨਾ ਤੁਸੀਂ 11 ਸਟੇਜਾਂ ਤੇ ਜਾ ਕੇ ਆਪ ਦਾ ਗੁਣ ਸਾਂਝਾ ਕਰਕੇ ਆਏ ਆ, ਆਪਾਂ ਉਹਦੀ ਗੱਲ ਕਰਨੀ ਆ, ਇੱਕ ਦੀ ਛੱਡ ਦਿਓ। ਵੀਰ ਜੀ ਠੀਕ ਹੈ ਇੱਕ ਵੀਰ ਜੀ? ਮਿੰਟ, ਇੱਕ ਮਿੰਟ ਮੈਨੂੰ ਦਿਓਗੇ ਵੀਰ ਜੀ? ਇੱਕ ਮਿੰਟ, ਮੈਂ ਕੋਈ ਬੋਲੋ ਜੀ, ਬੋਲੋ। ਕਹਿੰਦਾ ਸੀ ਸਾਰੇ ਵੀਰਾਂ ਨਾਲ, ਭੈਣਾਂ ਨਾਲ। ਵੀਰ ਜੀ ਅਸਲ ਕਿ ਜਦੋਂ ਮੈਂ +2 ਦੇ ਵਿੱਚ ਸੀਗਾ, ਬਸ 1 ਮਿੰਟ ਦੇ ਵਿੱਚ ਹੀ ਗੱਲ ਮੈਂ ਆਪਣਾ ਵਿਚਾਰ ਸ਼ੇਅਰ ਕਰਨ ਲੱਗਿਆ ਜੀ। ਜਦੋਂ ਮੈਂ +2 ਦੇ ਵਿੱਚ ਸੀ ਨਾ ਵੀਰ ਜੀ, ਤਾਂ ਸਾਨੂੰ ਸਕੂਲ ਵਾਲਿਆਂ ਨੇ ਦੱਸਿਆ ਵੀ ਗੁਰੂ ਨਾਨਕ ਦੇਵ ਜੀ ਦਾ ਲੇਖ ਮੁਕਾਬਲਾ ਹੈ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਲੇਖ ਮੁਕਾਬਲੇ ਉੱਪਰ ਜਾਣਾ ਹੈ। ਅਸੀਂ ਫਰੀਦਕੋਟ ਚਲੇ ਗਏ। ਸਿੱਖਿਆ ਵਿਭਾਗ ਦੇ ਜਿਹੜੇ ਫਰੀਦਕੋਟ ਡਿਸਟ੍ਰਿਕਟ ਦੇ ਇੰਚਾਰਜ ਹੈ ਜੀ, ਉਹਨਾਂ ਨੇ ਸਾਨੂੰ ਲੈਟਰ ਵਿੱਚ ਪਹਿਲਾਂ ਮਹੀਨਾ ਪਹਿਲਾਂ ਲਿਖ ਕੇ ਭੇਜਿਆ ਸੀ, ਗੁਰੂ ਨਾਨਕ ਦੇਵ ਜੀ ਦੀਆਂ ਕੱਲੀਆਂ ਸਿੱਖਿਆਵਾਂ ਤੇ ਤੁਸੀਂ ਲਿਖਣਾ ਹੈ, ਉਸ ਤੋਂ ਇਲਾਵਾ ਤੁਸੀਂ ਕੁਛ ਨਹੀਂ ਲਿਖਣਾ ਹੋਇਆ ਐਸੇ ਦੇ ਵਿੱਚ। ਤੇ ਮੌਕੇ ਤੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਤੁਸੀਂ ਸਾਰਾ ਜੀਵਨ ਕਵਰ ਕਰਨਾ ਹੈ ਉਹਨਾਂ ਦਾ। ਤੇ ਮੁੜ ਕੇ ਮੈਂ ਰੌਲਾ ਪਾਇਆ ਜੀ, ਮੈਂ ਕਿਹਾ ਜੀ ਸਾਨੂੰ ਤੁਸੀਂ ਦੱਸਿਆ ਮੌਕੇ ਤੇ ਆ, ਅਸੀਂ ਹੁਣ ਕਿਵੇਂ 1 ਮਿੰਟ 'ਚ ਪ੍ਰੀਪੇਅਰ ਕਰ ਲਈ ਵੀ ਕੀ ਕੀ ਪੁਆਇੰਟ ਗੁਰੂ ਸਾਹਿਬ ਦੇ ਲਿਖਣੇ ਆ। ਉਹਨਾਂ ਦਾ ਇਤਿਹਾਸ ਹੀ ਬਹੁਤ ਵੱਡਾ ਹੈ, ਕੁਛ ਉਹਨਾਂ ਦੇ ਬਾਰੇ ਦੱਸ ਹੀ ਨਹੀਂ ਸਕਦੇ ਅਸੀਂ ਤਾਂ। ਤੇ ਫਿਰ ਉਹਨਾਂ ਜਿਹੜੇ ਬਾਕੀ ਟੀਚਰ ਸੀ, ਉਹਨਾਂ ਨੇ ਛੇਤੀ ਛੇਤੀ ਕਿਹਾ ਵੀ ਜਿਹੜੇ ਸਾਡੇ ਮੰਤਰੀ ਆ ਨਾ, ਸਾਡੇ ਇੰਚਾਰਜ ਹੈ, ਤੁਸੀਂ ਉਹਨਾਂ ਨਾਲ ਗੱਲ ਕਰਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ। ਤਾਂ ਉਸ ਸਮੇਂ ਦਾਸ ਤੇ ਕਿਰਪਾ ਹੋਈ ਪ੍ਰਮਾਤਮਾ ਦੀ ਕਿ ਜਿਹੜੇ ਸਰਕਾਰੀ ਟੀਚਰ ਸੀ, ਪ੍ਰਾਈਵੇਟ ਟੀਚਰ ਸੀ ਜਾਂ ਹੋਰ ਬੱਚੇ ਉੱਥੇ ਜਾ ਕੇ ਬੋਲ ਨਹੀਂ ਸਕੇ, ਦਾਸ ਤੇ ਮਹਾਰਾਜ ਨੇ ਕਿਰਪਾ ਕੀਤੀ, ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਿ ਜਦੋਂ ਉਹ ਸਾਡੇ ਮੰਤਰੀ ਸਿੱਖਿਆ ਵਿਭਾਗ ਦੇ ਜਿਹੜੇ ਇੰਚਾਰਜ ਆ ਪਹੁੰਚੇ ਸਟੇਜ ਤੇ, ਤਾਂ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਕਿ ਮੈਂ ਉਹਨਾਂ ਨੂੰ ਜਾ ਕੇ ਗੱਲ ਕੀਤੀ। ਮੈਂ ਕਿਹਾ ਜੀ ਤੁਸੀਂ ਸਾਡੇ ਗੁਰੂ ਨਾਨਕ ਦੇ ਨਾਂ ਤੇ ਵੋਟਾਂ ਮੰਗਦੇ ਹੋ, ਸਿੱਖ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਹੋ। ਮੈਂ ਕਿਹਾ ਸਾਰੇ ਸਰਕਾਰੀ ਲੋਕ, ਸਾਰੇ ਰਾਜਨੀਤੀ ਗੁਰੂ ਨਾਨਕ ਦੇ ਨਾਂ ਤੇ ਵੋਟਾਂ ਮੰਗਦੇ ਆ, ਤੇ ਇੱਕੋ ਹੀ ਕੌਲੀ ਦੇ ਚੱਟੇ ਬੱਟੇ ਬੰਦੇ ਆ ਜਿਹੜੇ ਗੁਰੂ ਨਾਨਕ ਦੇ ਨਾਂ ਤੇ ਵੋਟਾਂ ਮੰਗਦੇ ਆ। ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਈ, ਗੱਜ ਕੇ ਜੈਕਾਰਾ ਲਾਉਣ ਵਾਲੀ ਗੱਲ ਹੋਈ ਕਿ ਕਿਸੇ ਨੇ ਵੀ, ਉਹਨਾਂ ਦੇ ਜਿਹੜੇ ਇੰਚਾਰਜ ਸੀ ਉਹਨਾਂ ਨੇ ਮਾਫੀ ਮੰਗੀ। ਕਹਿੰਦੇ ਪੁੱਤਰ ਜੀ ਮੈਂ ਵੱਡਾ ਤੇਰੇ ਤੋਂ ਆ, ਪਰ ਮੈਂ ਤੇਰੇ ਤੋਂ ਮਾਫੀ ਮੰਗਦਾ ਕਿ ਇਹ ਮੈਂ ਮਾਫੀ ਮੰਗਦਾ ਕਿ ਅੱਗੇ ਤੋਂ ਗੁਰੂ ਨਾਨਕ ਦੇ ਨਾਂ ਤੇ ਅਸੀਂ ਇਦਾਂ ਨਹੀਂ ਕਰਦੇ। ਬਹੁਤ ਵਧੀਆ ਵੀਰ, ਬਹੁਤ ਵਧੀਆ। ਦੇਖੋ ਗੁਰੂ ਮਹਾਰਾਜ ਦੀ ਕਿਰਪਾ ਤਾਂ ਨਾਲ ਜਾਣੀ ਜਾਣੀ ਹੈ ਵੀਰ ਜੀ, ਉਹ ਤਾਂ ਜਾਣੀ ਜਾਣੀ ਹੈ। ਬਹੁਤ ਵਧੀਆ ਬੇਟਾ, ਇਸੇ ਤਰ੍ਹਾਂ ਹੀ ਲੱਗੇ ਰਹੋ, ਬਸ ਗੁਰੂ ਮਹਾਰਾਜ ਕਿਰਪਾ ਕਰਨ। ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਹਾਂਜੀ, ਅਗਲਾ ਬੱਚਾ ਵੀ ਜੀ 15708। EPP ਨੰਬਰ 15708। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਉੱਚੀ ਬੋਲਿਓ ਜੀ। ਅਸੀਂ ਨਾ ਤੁਹਾਡੇ ਗੱਲ ਪੁੱਛਣੀ ਸੀ, ਜਿਵੇਂ ਜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ, ਜਿਵੇਂ ਜੀ ਲੜਕੀਆਂ ਅੱਜ ਕੱਲ ਜਿੱਦਾਂ ਮਤਲਬ ਵਾਲ ਬੌਂਡ ਵਗੈਰਾ ਕਰਵਾ ਲੈਂਦੀਆਂ, ਏਦਾਂ ਦੀਆਂ ਚੀਜ਼ਾਂ ਪਾਰਲਰ ਵਗੈਰਾ 'ਚ ਜਾ ਕੇ। ਜਿਵੇਂ ਦੇਖੋ ਓਦਾਂ, ਜਿਵੇਂ ਹੁਣ ਦੇਖੋ ਆਪਾਂ ਇੱਕ ਤਾਂ ਚੀਜ਼ ਹੋ ਗਈ ਮਤਲਬ ਵਾਲ ਕਟਵਾਉਣਾ ਹੋ ਗਿਆ, ਤੇ ਉਹਨਾਂ ਵਾਲ ਝੜ ਜਾਂਦੇ ਆ, ਤੇ ਉਹ ਚੀਜ਼ ਗਲਤ ਹੈ ਕਿ ਸਹੀ ਹੈ ਜੀ? ਬੇਟਾ ਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਜਾਣੀ ਕਿ ਕੇਸਾਂ ਤੱਕ ਆਪਾਂ ਨੂੰ ਗੁਰੂ ਮਹਾਰਾਜ ਜੀ ਨੇ ਕੇਸ ਦਿੱਤੇ ਨੇ ਵੀ ਆਪਾਂ ਉਹਦੇ ਨਾਲ ਛੇੜਛਾੜ ਨਹੀਂ ਕਰਨੀ। ਉਹ ਭਾਵੇਂ ਤੁਸੀਂ ਬਿਊਟੀ ਪਾਰਲਰ ਜਾ ਕੇ ਕਰਦੇ ਹੋ ਜਾਂ ਵੈਸੇ। ਸੋ ਆਪਾਂ, ਕਿਉਂਕਿ ਦੇਖੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇੰਨਾ ਸੋਹਣਾ ਬਣਾਇਆ ਗਾ, ਘਾਟ ਛੱਡੀ ਕੋਈ ਨਹੀਂ। ਸੋ ਜਿਹੜੇ ਕਿਸੇ ਨਾ ਕਿਸੇ ਗਲਤਫਹਿਮੀ ਦੇ ਵਿੱਚ ਪੈ ਕੇ ਵੀ ਅਸੀਂ ਦੁਨੀਆ ਤੋਂ ਸੋਹਣੇ ਬਣ ਜਾਾਂਗੇ, ਜੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸੋਹਣਾ ਬਣਾਤਾ ਨਾ, ਉਦੋਂ ਵੱਧ ਆਪਾਂ ਸੋਹਣੇ ਨਹੀਂ ਬਣ ਸਕਦੇ। ਫਿਰ ਤਾਂ ਇਸ ਹਿਸਾਬ ਨਾਲ ਆਪਾਂ ਇਹ ਸਮਝ ਲਿਆ ਵੀ ਗੁਰੂ ਸਾਹਿਬ ਜੀ ਦੇ ਅਕਾਲ ਪੁਰਖ ਦੇ ਦਿਮਾਗ ਨਾਲੋਂ ਆਪਣਾ ਦਿਮਾਗ ਵੱਡਾ ਹੋ ਗਿਆ ਨਾ। ਆਪਾਂ ਉਹਨਾਂ ਦੀ ਸੋਚ ਛੱਡਤੀ ਗੁਰੂਆਂ ਦੀ, ਤੇ ਆਪਾਂ ਆਪਣੀ ਸੋਚ ਅਪਣਾ ਲਈ। ਸੋ ਬੇਟਾ ਜੀ ਆਪਾਂ ਜੋ ਵੀ ਕਰਦੇ ਆ ਉਹ ਉਹਨਾਂ ਦਾ ਆਪਣਾ ਹੈਗਾ, ਪਰ ਆਪਾਂ ਕਦੇ ਵੀ ਇਹ ਕੰਮ ਨਹੀਂ ਕਰਨੇ। ਬਿਊਟੀ ਪਾਰਲਰ ਨਹੀਂ ਜਾਣਾ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵੀ ਫਤਿਹ ਜੀ। ਜੀ ਭੈਣ ਜੀ, ਹੋਰ ਲੈਣਾ ਬੱਚਾ ਕੋਈ? ਕਾਫੀ ਹੈਂਡ ਰੇਜ਼ ਨੇ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਸੋਹਣ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਵਿਦਿਆਰਥੀ ਦੇ ਚੰਗੇ ਗੁਣਾਂ ਬਾਰੇ ਦੱਸਿਆ ਤੇ ਕੇਸਾਂ ਦੀ ਮਹਾਨਤਾ ਬਾਰੇ ਸਾਰੇ ਬੱਚਿਆਂ ਨੂੰ ਸਮਝਾਇਆ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸਾਰੇ ਬੱਚਿਆਂ ਦਾ ਤੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।